हमरा झगड़ा रहा न को, पंडित मुल्ला छाड़े दो। पंडित मुल्ला जो लिख दिया, छाड़ चले हम कछु न लिया। हर कथा तू सुन रे मन, शब्द मन बसाए। ए मत तेरी थिर रहै, तां भरम विचों जाए। गौड़ी महला पहला, बरमै गर्भ किया नहीं जानिया। वेद की विपत पड़ी पछतानिया। जह प्रभ सिमरे तहीं मन मानिया। ऐसा गर्भ बुरा संसार, जिस गुर मिलै तिस गर्भ निवारै। ऐसा गर्भ बुरा संसार, जिस गुर मिलै तिस गर्भ निवारै। रहाउ बल राजा माया अहंकारी, जगन करै बहु भार अफारी। बिन गुर पूछे जाए प्यारी। हरि चंद दान करे जस लेवै, बिन गुर अंत न पाए अपेवै। आप भुलाए आपे मत देवै, दुर्मत हरनाखस दुराचारी। प्रभ नारायण गर्भ परहारी, प्रहलाद उदारे कृपा धारी। प्रहलाद उदारे कृपा धारी। सतगुरु जी दी निੱਘੀ ਗੋਦ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਾਹਿਬ ਜੀ ਦੇ ਹੁਕਮ ਦਾ, ਬਾਣੀ ਦਾ, ਉਹਨਾਂ ਦੇ ਕੀਤੇ ਪਰਉਪਕਾਰਾਂ ਦਾ ਧਿਆਨ ਧਰ ਕੇ ਇੱਕ ਵਾਰੀ ਸਾਰੇ ਪਿਆਰ ਦੇ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸ਼ਬਦ ਤੁਸੀਂ ਸੁਣਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਨਾ 224 ਦੇ ਉੱਤੇ ਸੁਭਾਏਮਾਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੌੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਦੇ ਵਿੱਚ ਪ੍ਰਮੁੱਖ ਵਿਸ਼ਾ ਤਾਂ ਗੁਰੂ ਨਾਨਕ ਸਾਹਿਬ ਨੇ ਲਿਆ ਹੰਕਾਰ ਦਾ, ਕਿ ਹੰਕਾਰ ਤੋਂ ਹਰੇਕ ਇਨਸਾਨ ਨੇ ਬਚਣਾ ਹੈ। ਕਿਉਂਕਿ ਜਦੋਂ ਹੰਕਾਰ ਭਾਰੂ ਹੋ ਜਾਂਦਾ ਹੈ, ਇਨਸਾਨ ਕੰਮ ਤਾਂ ਭਾਵੇਂ ਕਰੀ ਜਾ ਰਿਹਾ ਹੈ, ਪਰ ਉਹ ਦੂਜਿਆਂ ਦੇ ਸਲਾਹ ਦੀ, ਸੁਝਾਅ ਦੀ ਪਰਵਾਹ ਕਰਨੋਂ ਹਟ ਜਾਂਦਾ ਹੈ। ਦੂਜਿਆਂ ਦੀ ਭਾਵਨਾ ਦੀ ਕਦਰ ਨਹੀਂ ਕਰਦਾ, ਆਪਣੇ ਆਪ ਨੂੰ ਸਭ ਤੋਂ ਸੁਪਰੀਮ ਮੰਨ ਕੇ ਬਹਿ ਜਾਂਦਾ ਹੈ ਤੇ ਕਈ ਵਾਰੀ ਗਲਤੀਆਂ ਕਰ ਲੈਂਦਾ ਹੈ, ਫਿਰ ਗਲਤੀ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਇਸ ਤਰ੍ਹਾਂ ਹੰਕਾਰ ਦੇ ਵਿੱਚ ਬਹੁਤ ਵੱਡੇ ਵੱਡੇ ਕੌਮਾਂ ਦੇ, ਜਥੇਬੰਦੀਆਂ ਦੇ ਤੇ ਇਨਸਾਨੀਅਤ ਦੇ ਬਹੁਤ ਭਾਰੇ ਨੁਕਸਾਨ ਹੋ ਜਾਂਦੇ ਨੇ ਤੇ ਮਗਰੋਂ ਰੋਣ ਤੋਂ, ਪਛਤਾਉਣ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਰਹਿ ਜਾਂਦਾ। ਗੁਰੂ ਸਾਹਿਬ ਨੇ ਕਿਉਂਕਿ ਇੱਥੇ ਵੇਖ ਲਿਆ, ਪਰਖ ਲਿਆ ਸੀ ਕਿ ਬ੍ਰਾਹਮਣ ਆਦਿਕ ਆਪਣੇ ਆਪ ਨੂੰ ਉੱਚੀ ਜਾਤ ਦੇ ਗਰਭ ਵਿੱਚ ਬਹੁਤ ਉੱਚਾ ਸਮਝਦਾ ਸੀ ਤੇ ਮੈਂ ਪੂਜਿਆ ਜਾਣਯੋਗ ਹਾਂ, ਮੇਰੇ ਮੁਕਾਬਲੇ ਦਾ ਹੋਰ ਕੋਈ ਨਹੀਂ ਹੈ, ਮੈਨੂੰ ਕੋਈ ਸਲਾਹ ਨਹੀਂ ਦੇ ਸਕਦਾ, ਮੈਂ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਹਾਂ, ਬਲਕਿ ਸਾਰੇ ਲੋਕ ਮੇਰੇ ਹੁਕਮ ਦੇ ਅਧੀਨ ਨੇ। ਤੋ ਇਸ ਤਰ੍ਹਾਂ ਬ੍ਰਾਹਮਣ ਦੇ ਹੰਕਾਰ ਨੇ ਲੋਕਾਂ ਦਾ ਬਹੁਤ ਨੁਕਸਾਨ ਕਰ ਦਿੱਤਾ ਸੀ ਤੇ ਉਹ ਆਪ ਆਪਣੇ ਹੰਕਾਰ ਦੇ ਵਿੱਚ ਇੰਨਾ ਗਰਕਿਆ ਸੀ ਤੇ ਆਉਣ ਵਾਲੇ ਸਮੇਂ 'ਚ ਪੂਰਾ ਦੇਸ਼ ਹੀ ਡੁੱਬ ਗਿਆ। ਹੰਕਾਰ ਹੈ ਜਿਹੜਾ ਲੰਮੇ ਸਮੇਂ ਤੱਕ ਜੇ ਚੱਲਦਾ ਰਹੇ ਤਾਂ ਇੱਥੋਂ ਤੱਕ ਜਦੋਂ ਹੰਕਾਰ ਨੂੰ ਠੋਕਰ ਲੱਗਦੀ ਹੈ, ਕੋਈ ਉਹਦੇ ਨਾਲੋਂ ਤਾਕਤਵਰ ਬੰਦਾ ਆ ਕੇ ਉਸ ਬੰਦੇ ਨੂੰ ਟੋਕਦਾ ਕਿ ਜੇ ਤੂੰ ਇਸ ਗੱਲ ਦੀ ਹੱਦ ਤੋਂ ਬਾਹਰ ਗਿਆ ਫਿਰ ਤੇਰੀ ਖੈਰ ਨਹੀਂ, ਉਦੋਂ ਬੰਦਾ ਬਿਲਕੁਲ ਹੀ ਮਾਨਸਿਕ ਤੌਰ ਤੇ ਟੁੱਟ ਜਾਂਦਾ ਹੈ ਕਿ ਉਹਦਾ
ਹਿੰਮਤ ਨਹੀਂ ਰਹਿੰਦੀ ਉੱਠਣ ਦੀ ਅਤੇ ਕੋਈ ਗੱਲ ਕਰਨ ਦੀ ਜਾਂ ਕੰਮ ਕਰਨ ਦੀ। ਉਦੋਂ ਬਿਲਕੁਲ ਹੀ ਉਹ ਨੀਵੇਂ ਪੱਧਰ ਤੇ ਚਲਾ ਜਾਂਦਾ ਹੈ ਕਿ ਮੇਰੇ ਨੂੰ ਇਸ ਤਰ੍ਹਾਂ ਦੀ ਗੱਲ ਕਹੇ ਕਿ ਮੇਰੇ ਸਵਾਮਾਨ ਨੂੰ ਠੋਕਰ ਮਾਰੀ ਹੈ। ਧਰਮੀ ਹੋਣਾ ਬਹੁਤ ਭਲੀ ਗੱਲ ਹੈ, ਪਰ ਧਰਮ ਦਾ ਚੋਲਾ ਪਾ ਕੇ, ਧਰਮ ਦੀਆਂ ਕਿਤਾਬਾਂ ਪੜ੍ਹ ਕੇ ਜਾਂ ਪਾਠ ਕਰਕੇ ਜਾਂ ਮੰਤਰ ਜਾਪ ਕਰਕੇ ਹੰਕਾਰੀ ਵੀ ਹੋਏ ਰਹਿਣਾ, ਹੰਕਾਰ ਨੂੰ ਆਪਣੇ ਸਿਰ ਤੇ ਲੱਦੀ ਫਿਰੀ ਜਾਣਾ, ਹੋਰ ਨਹੀਂ ਜੇ ਮੈਂ ਧਰਮੀ ਆ ਤੁਸੀਂ ਧਰਮੀ ਨਹੀਂ ਹੋ। ਇਹ ਮਨ ਦੇ ਵਿੱਚ ਭਾਵਨਾਵਾਂ ਬਹੁਤ ਪੈਦਾ ਹੁੰਦੀਆਂ ਨੇ ਕਿ ਮੈਂ ਤੇ ਪਾਠ ਕਰ ਲਿਆ ਇੰਨਾ ਤੇ ਤੁਸੀਂ ਤੇ ਕੀਤਾ ਹੀ ਕੋਈ ਨਹੀਂ, ਮੈਂ ਤੇ ਅੰਮ੍ਰਿਤ ਵੇਲੇ ਜਾਗਦਾ ਤੁਸੀਂ ਤੇ ਕੋਈ ਵੀ ਨਹੀਂ ਜਾਗਿਆ, ਮੇਰਾ ਮੁਕਾਬਲਾ ਤੁਸੀਂ ਕਿਵੇਂ ਕਰੋਗੇ, ਮੈਂ ਤੇ ਖੰਡੇ ਕੀ ਪਹੁਲ ਲਈ ਹੋਈ ਹੈ, ਤੁਸੀਂ ਬੇਅਮਰਤੀ ਹੋ, ਇਸ ਕਰਕੇ ਮੇਰੇ ਨਾਲ ਨੀਵੇਂ ਹੋ ਤੁਸੀਂ ਸਾਰੇ, ਤੇ ਮੇਰਾ ਤੇ ਭੋਜਨ ਪ੍ਰਸ਼ਾਦਾ ਆਦਿਕ ਸਾਰੀ ਚੀਜ਼ ਪਵਿੱਤਰ ਹੈ, ਜੇ ਤੁਸੀਂ ਹੱਥ ਲਾ ਦਿੱਤਾ ਉਹ ਅਪਵਿੱਤਰ ਹੋ ਜਾਵੇਗੀ। ਇਹ ਸਾਰਾ ਕੁਝ ਧਰਮੀ ਅਖਵਾਉਣ ਵਾਲੇ ਬੰਦੇ ਵੀ ਇੱਕ ਹੰਕਾਰ ਦੇ ਵਿੱਚ ਡੁੱਬੇ ਹੁੰਦੇ ਨੇ, ਧਰਮ ਦਾ ਵੀ ਹੰਕਾਰ ਚੜ ਜਾਂਦਾ ਹੈ ਤੇ ਮੇਰਾ ਧਰਮ ਸਭ ਤੋਂ ਵਧੀਆ, ਮੇਰੇ ਧਰਮ ਦੇ ਅਸੂਲ ਸਭ ਤੋਂ ਵਧੀਆ। ਸਾਡੇ ਕੋਲ ਕਾਫੀ ਸਾਲ ਪਹਿਲਾਂ ਇੱਕ ਲੜਕੀ ਜਰਮਨ ਤੋਂ ਆ ਗਈ ਤੇ ਉਹ ਪਹਿਲਾਂ ਪੰਜਾਬੀ ਯੂਨੀਵਰਸਿਟੀ ਆਈ, ਪੰਜਾਬੀ ਯੂਨੀਵਰਸਿਟੀ ਤੋਂ ਪੁੱਛਦੀ ਪਛਾਂਦੀ ਉਹ ਘੱਗੇ ਸਾਡੇ ਘਰ ਪਹੁੰਚ ਗਈ ਤੇ ਉੱਥੇ ਨਾਲ ਉਹਦੇ ਦੁਭਾਸ਼ੀਆ ਨੌਜਵਾਨ ਰੱਖਿਆ ਹੋਇਆ ਸੀ। ਉਹ PhD ਕਰਨਾ ਚਾਹੁੰਦੀ ਸੀ ਸਿੱਖ ਧਰਮ ਤੇ। ਅੰਜਲਾ ਇਸ ਲੜਕੀ ਦਾ ਨਾਮ ਸੀ। ਉਹ ਮੇਰੇ ਕੋਲੇ ਲਗਭਗ 15 ਦਿਨ ਰਹੀ ਤੇ ਉਹਨੇ ਮੈਨੂੰ ਬਹੁਤ ਸਵਾਲ ਪੁੱਛੇ ਧਰਮ ਬਾਰੇ, ਤੇ ਲਗਭਗ 1983 ਦੀ ਗੱਲ ਹੈ। ਜਿੰਨਾ ਮੈਨੂੰ ਗਿਆਨ ਸੀ ਮੈਂ ਦੱਸਦਾ ਗਿਆ। ਇੱਕ ਦਿਨ ਮੈਂ ਸਿੱਖ ਧਰਮ ਬਾਰੇ ਉਹਨੂੰ ਬਹੁਤ ਕੁਝ ਗੱਲਾਂ ਸੁਣਾ ਦਿੱਤੀਆਂ ਕਿ ਸਿੱਖ ਧਰਮ ਇੰਨਾ ਮਹਾਨ ਹੈ, ਆਹ ਵੀ ਖੂਬੀ ਹੈ, ਆਹ ਵੀ ਖੂਬੀ ਹੈ। ਮੈਂ ਚੰਗਾ ਲੈਕਚਰ ਦੇ ਦਿੱਤਾ। ਉਹ ਨਾ ਟੁੱਟੀ ਫੁੱਟੀ ਪੰਜਾਬੀ ਵੀ ਜਾਣਦੀ ਸੀ ਤੇ ਮੈਨੂੰ ਕਹਿਣ ਲੱਗੀ ਵੀਰ ਜੀ ਰੁਕ ਜਾਓ ਇੱਥੇ। ਮੈਂ ਰੁਕ ਗਿਆ। ਕਹਿਣ ਲੱਗੀ ਤੁਹਾਡਾ ਧਰਮ ਜੇ ਚੰਗਾ, ਮੈਂ ਇਸ ਨੂੰ ਪੜ੍ਹਨ ਵਾਸਤੇ ਜਰਮਨ ਤੋਂ ਇੱਥੇ ਚੱਲ ਕੇ ਤਾਂ ਹੀ ਆਈ ਹਾਂ। ਜੇ ਤੁਹਾਡਾ ਧਰਮ ਮੈਨੂੰ ਚੰਗਾ ਲੱਗਿਆ ਤਾਂ ਹੀ ਮੈਂ ਇਹਦੇ ਤੇ PhD ਕਰ ਰਹੀ ਹਾਂ। ਚੰਗਾ ਤਾਂ ਮੈਂ ਵੀ ਮੰਨਦੀ ਹਾਂ, ਪਰ ਤੂੰ ਹੋਰ ਕੁਝ ਕਰ ਰਿਹਾ। ਮੈਂ ਕਿਹਾ ਕੀ? ਕਹਿਣ ਲੱਗੀ ਤੂੰ ਹੰਕਾਰ ਗਿਆ ਆਪਣੇ ਧਰਮ ਦੇ ਉੱਤੇ, ਤੂੰ ਜ਼ਿਆਦਾ ਪ੍ਰਸ਼ੰਸਾ ਕਰ ਰਿਹਾ, ਹੰਕਾਰ ਚ ਆਇਆ ਹੋਇਆ, ਤੂੰ ਮੈਨੂੰ ਇਹਦੇ ਗੁਣ ਨਹੀਂ ਦੱਸ ਰਿਹਾ, ਤੂੰ ਹੰਕਾਰ ਕੇ ਕਹਿ ਰਿਹਾ ਕਿ ਦੁਨੀਆ 'ਚ ਹੋਰ ਕੋਈ ਧਰਮ ਨਹੀਂ ਇਹਦੇ ਨਾਲ ਦਾ ਹੈ। ਇਹ ਹੰਕਾਰ ਹੈ। ਮੈਨੂੰ ਵੀ ਚੰਗਾ ਲੱਗਦਾ ਹੈ, ਪਰ ਕੋਈ ਨਾਰਮਲ ਕਹਿਣ ਦਾ ਢੰਗ ਹੁੰਦਾ, ਇਉਂ ਆਫਰੀ ਦਾ ਨਹੀਂ ਹੁੰਦਾ। ਸੱਚਮੁੱਚ ਮੈਂ ਇੱਕਦਮ ਨੀਵੀਂ ਪਾਉਣੀ ਪਈ ਵੀ ਸੱਚਮੁੱਚ ਭੈਣ ਗੱਲ ਤਾਂ ਇਹੋ ਹੀ ਹੈ। ਮੈਂ ਤਾਂ ਇੰਨਾ ਆਪਣੇ ਆਪ ਨੂੰ ਉੱਚਾ ਸਮਝਦਾ ਸੀ ਕਿ ਮੇਰੇ ਮੁਕਾਬਲੇ ਦਾ ਹੈ ਹੀ ਨਹੀਂ ਕੋਈ ਹੋਰ, ਕਿਉਂਕਿ ਮੈਂ ਸਿੱਖ ਹਾਂ। ਕਹਿੰਦੀ ਇਉਂ ਨਹੀਂ ਕਰੀਦਾ। ਇੱਥੋਂ ਹੀ ਸਾਰੀਆਂ ਅੱਗੋਂ ਜੰਗਾਂ, ਯੁੱਧਾਂ, ਲੜਾਈਆਂ ਸ਼ੁਰੂ ਹੁੰਦੀਆਂ ਨੇ। ਜਦੋਂ ਇੱਕ ਧਰਮ ਵਾਲਾ ਦੂਜੇ ਤੇ ਹਮਲਾ ਕਰਨ ਜਾਂਦਾ ਫੌਜ ਲੈ ਕੇ, ਉਦੋਂ ਵੀ ਇਹੀ ਕਹਿੰਦਾ ਕਿ ਸਾਡਾ ਧਰਮ ਉੱਚਾ, ਤੁਹਾਡਾ ਨੀਵਾਂ। ਜੇ ਤੁਸੀਂ ਜਾਨ ਬਚਾਉਣੀ ਹੈ ਸਾਡੇ ਧਰਮ ਨੂੰ ਅਪਣਾ ਲਓ, ਨਹੀਂ ਤੇ ਕਤਲ ਕਰ ਦਿਆਂਗੇ ਸਾਰਿਆਂ ਨੂੰ। ਧਰਮੀ ਲੋਕ ਵੀ ਇਹ ਕਰਦੇ ਰਹੇ ਨੇ। ਬਹੁਤ ਕੁਝ ਇਹੋ ਜਿਹਾ ਇਤਿਹਾਸ ਦੇ ਵਿੱਚ ਵਾਪਰਿਆ ਹੋਇਆ ਹੈ। ਉਹ ਇੱਥੋਂ ਤੱਕ ਉਸ ਲੜਕੀ ਦੀ ਇੱਕ ਗੱਲ ਮੈਨੂੰ ਯਾਦ ਆ ਗਈ। ਪੰਜਾਬੀ ਇੰਨੀ ਕੁ ਸਮਝਣ ਲੱਗ ਪਈ ਸੀ। ਜਦੋਂ ਸਾਡੇ ਘਰ 'ਚ ਆ ਗਈ, ਮੇਰੀ ਮਾਂ ਨੇ ਉਹਨੂੰ ਮੈਨੂੰ ਪੁੱਛ ਲਿਆ, ਕਹਿੰਦੀ ਪੁੱਤ ਇਹ ਮੇਮ ਹੈ? ਆਪਾਂ ਆਮ ਹੀ ਗੋਰੀਆਂ ਲੜਕੀਆਂ ਨੂੰ ਮੇਮ ਕਹਿ ਦਿੰਦੇ ਆ। ਕਹਿੰਦੀ ਬੇਟਾ ਇਹ ਮੇਮ ਹੈ? ਮੈਂ ਕਹਿੰਦਾ ਤਾਂ ਹਾਂ ਮੇਮ ਹੈ। ਤੇ ਉਹ ਲੜਕੀ ਸਮਝ ਗਈ। ਕੋਲੇ ਆ ਕੇ ਮੈਨੂੰ ਮਾਂ ਨੂੰ ਕਹਿਣ ਲੱਗੀ, ਮਾਂ ਮੈਂ ਮੇਮ ਨਹੀਂ ਹਾਂ। ਤੇ ਉਹਨੂੰ ਹੈਰਾਨ ਹੋ ਗਈ ਵੀ ਇਹ ਪੰਜਾਬੀ ਵੀ ਜਾਣਦੀ ਹੈ। ਕਹਿਣ ਲੱਗੀ ਮੈਂ ਮੇਮ ਨਹੀਂ ਹਾਂ, ਮੇਮ ਕਹਿੰਦੇ ਨੇ ਵਿਆਹੀ ਬਰੀ ਲੜਕੀ ਨੂੰ, ਜਿਹਦਾ ਵਿਆਹ ਹੋ ਜਾਂਦਾ ਨਾ, ਜਿਵੇਂ ਤੁਹਾਡੇ ਬਹੂ ਕਹਿੰਦੇ ਨੇ, ਨੂੰਹ ਕਹਿੰਦੇ ਨੇ, ਮੇਮ ਕਹਿੰਦੇ ਨੇ ਵਿਆਹੀ ਬਰੀ ਨੂੰ। ਮੈਂ ਮੇਮ ਨਹੀਂ ਹਾਂ, ਮੈਨੂੰ ਬੇਟੀ ਆਖਿਆ ਕਰੋ, ਆਪਣੀ ਧੀ ਆਖਿਆ ਕਰੋ। ਹਾਲੇ ਮੈਂ ਵਿਆਹ ਨਹੀਂ ਕਰਾਇਆ ਤੇ ਉਸ ਤਰ੍ਹਾਂ ਦਾ ਮੇਮ ਵਾਲਾ ਸਿਲਸਿਲਾ ਜਿਵੇਂ ਤੁਹਾਡੇ ਨੂੰਹਾਂ ਧੀਆਂ ਦਾ ਹੁੰਦਾ ਉਹ ਮੈਂ ਹਲੇ ਨਹੀਂ ਅਪਣਾਇਆ, ਹਾਲੇ ਮੇਰਾ ਵਿਆਹ ਨਹੀਂ ਹੋਇਆ। ਸਾਨੂੰ ਫਿਰ ਪਤਾ ਲੱਗਿਆ ਵੀ ਇਹਨੇ ਕਾਫੀ ਹੱਦ ਤੱਕ ਸਿੱਖ ਧਰਮ ਨੂੰ ਅਤੇ ਪੰਜਾਬੀ ਨੂੰ ਸਮਝ ਲਿਆ, ਵੇਖ ਲਿਆ ਤੇ ਕਵੀ ਡੂੰਘੀਆਂ ਗੱਲਾਂ ਜਾਣਦੀ ਹੈ। ਖੈਰ ਸਤਿਗੁਰੂ ਕਿਰਪਾ ਕਰੇ, ਉਹਨੂੰ ਬਾਅਦ ਦੇ ਵਿੱਚ ਸਿੱਖ ਧਰਮ ਦੀ ਸਟੱਡੀ ਕਰਕੇ ਬਹੁਤ ਸਾਰੀ ਨਿਰਾਸਤਾ ਵੀ ਪੱਲੇ ਪਈ। ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਹਨੂੰ ਦੇਖਣੀਆਂ, ਸੁਣਨੀਆਂ ਪਈਆਂ। ਇੱਕ ਥਾਂ ਤੇ ਮੈਨੂੰ ਕਹਿਣ ਲੱਗੀ ਉਹ ਲੜਕੀ ਕਿ ਤੁਸੀਂ ਸਿੱਖ ਧਰਮ ਬਹੁਤ ਚੰਗਾ ਤੁਹਾਡਾ, ਮੈਂ ਤੁਹਾਡੀਆਂ ਬਹੁਤ ਗੱਲਾਂ ਸੁਣ ਲਈਆਂ। ਆਪਾਂ ਸ਼ੂਦਰਾਂ ਦੇ ਘਰਾਂ 'ਚ ਘੁੰਮ ਕੇ ਆਉਣਾ, ਮੈਂ ਵੇਖਣਾ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕਰਦੇ ਹੋ। ਮੈਂ ਉਹਨੂੰ ਲੈ ਕੇ ਤੇ ਇੱਕ ਦੋ ਹੋਰ ਸਾਡੇ ਪਰਿਵਾਰ ਦੇ ਮੈਂਬਰ ਬੀਬੀਆਂ ਨਾਲ ਲੈ ਕੇ, ਮੈਂ ਜਿਹਨੂੰ ਅਖੌਤੀ ਤੌਰ ਤੇ ਸ਼ੂਦਰ ਜਾਂ ਚੂੜੇ ਚਮਾਰ ਕਹਿੰਦੇ ਨੇ, ਉਹਨਾਂ ਘਰਾਂ 'ਚ ਲੈ ਗਿਆ। ਉੱਥੇ ਨਾਲੀਆਂ ਸਾਫ਼ ਨਹੀਂ, ਚਿੱਕੜ ਹੈ, ਗੰਦਗੀ ਹੈ ਤੇ ਉਹਨਾਂ ਦੇ ਘਰ ਵੀ ਬਹੁਤੇ ਵਧੀਆ ਨਹੀਂ ਹੈਗੇ ਤੇ ਉਹਨਾਂ ਦੇ ਅੰਦਰ ਘਰਾਂ ਦੇ ਵੀ ਬਹੁਤੀ ਸਾਫ਼ ਸਫਾਈ ਨਹੀਂ, ਘਰ ਵੀ ਛੋਟੇ ਨੇ ਤੇ ਕੋਈ ਉਹਨਾਂ ਦੇ ਘਰ ਕੁਰਸੀਆਂ ਮੇਜ਼ ਵੀ ਨਹੀਂ ਹੈਗੇ। ਤੇ ਫਿਰ ਵੀ ਉਹ ਜਾ ਕੇ ਉਹਨਾਂ ਦੇ ਮੰਜੇ ਤੇ ਬੈਠ ਗਈ ਤੇ ਉਹ ਵਿਚਾਰੀਆਂ ਬੀਬੀਆਂ ਬਹੁਤ ਖੁਸ਼ੀ ਮਨਾਈ। ਬਿਨਾਂ ਦੱਸੇ ਅਸੀਂ ਪਹੁੰਚੇ ਸੀ, ਫਿਰ ਵੀ ਉਹਨਾਂ ਨੇ ਚਾਹ ਪਾਣੀ ਕਰਨ ਦਾ ਯਤਨ ਕੀਤਾ ਤੇ ਮੈਨੂੰ ਤਾਂ ਕੋਈ ਸ਼ੰਕਾ ਨਹੀਂ ਸੀ ਤੇ ਮੈਂ ਤਾਂ ਪਹਿਲਾਂ ਵੀ ਇਹਨਾਂ ਥਾਵਾਂ ਤੇ ਚਾਹ ਪਾਣੀ ਪੀ ਲੈਂਦਾ ਸੀ ਤੇ ਉਸ ਬੀਬੀ ਨੇ ਵੀ ਚਾਹ ਪੀਤੀ
ਤੇ ਸਾਡੇ ਪਰਿਵਾਰ ਦੀਆਂ ਜੋ ਬੀਬੀਆਂ ਨਾਲ ਗਈਆਂ ਸੀ ਉਹਨਾਂ ਨੂੰ ਥੋੜੀ ਜਿਹੀ ਮੁਸ਼ਕਲ ਆਈ, ਕਿਉਂਕਿ ਕਦੇ ਚਾਹ ਪਾਣੀ ਇਹਨਾਂ ਪਰਿਵਾਰਾਂ ਦੇ ਨਾਲ ਬੈਠ ਕੇ ਪੀਤਾ ਨਹੀਂ ਸੀ। ਉਹਨਾਂ ਨੇ ਨੱਕ ਬੁੱਲ ਜੇ ਚੜਾਏ ਪਰ ਪੀ ਲਈ ਚਾਹ। ਉਸ ਬੀਬੀ ਨੇ ਉੱਥੇ ਵੇਖ ਕੇ ਪੁੱਛ ਕੇ ਸਾਰਾ ਕੁਝ ਮੈਨੂੰ ਕਹਿਣ ਲੱਗੀ ਕਿ ਤੁਸੀਂ ਕਹਿੰਦੇ ਹੋ ਸਿੱਖ ਧਰਮ ਬਹੁਤ ਵਧੀਆ ਹੈ, ਸੱਚਮੁੱਚ ਵਧੀਆ ਹੈ? ਮੈਂ ਕਿਹਾ ਹੁਣ ਤੱਕ ਤਾਂ ਇਸ ਤਰ੍ਹਾਂ ਹੀ ਸਾਨੂੰ ਲੱਗਦਾ। ਕਹਿਣ ਲੱਗੀ ਆ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ? ਜੇ ਤੁਸੀਂ ਇੰਨੇ ਵਧੀਆ ਹੋ ਇਹਨਾਂ ਦੀ ਸਾਰ ਕਿਉਂ ਨਹੀਂ ਲੈਂਦੇ? ਤੁਸੀਂ ਇਹਨਾਂ ਵਾਸਤੇ ਕੋਈ ਸਕੂਲ, ਕੋਈ ਸਫਾਈ ਦਾ ਪ੍ਰਬੰਧ, ਕੋਈ ਇਹਨਾਂ ਦੇ ਘਰਾਂ ਦੀ ਹਾਲਤ ਜੋ ਹੋਈ ਹੈ, ਕੋਈ ਆਰਥਿਕ ਢੰਗ ਇਹਨਾਂ ਦਾ ਸੁਧਾਰਨ ਦੇ ਤਰੀਕੇ, ਕੋਈ ਕੰਮ ਸਿਖਾਉਣਾ, ਮਾਣ ਪਿਆਰ ਤਾਂ ਕਿਤੇ ਦੇਣਾ। ਤੁਸੀਂ ਤਾਂ ਇਹਨੂੰ ਪਸ਼ੂਆਂ ਵਰਗੇ ਰੱਖਿਆ ਹੋਇਆ। ਤੁਸੀਂ ਕਹਿੰਦੇ ਹੋ ਸਿੱਖ ਧਰਮ ਬਹੁਤ ਵਧੀਆ, ਤੁਹਾਡੇ ਗੁਆਂਢ ਦੇ ਵਿੱਚ ਇਨਸਾਨਾਂ ਦੀ ਹਾਲਤ ਪਸ਼ੂਆਂ ਨਾਲੋਂ ਭੈੜੀ ਹੋਈ ਹੈ, ਤੇ ਪਤਾ ਨਹੀਂ ਤੁਹਾਡਾ ਸਿੱਖ ਧਰਮ ਕਿਵੇਂ ਵਧੀਆ ਹੋ ਗਿਆ। ਸੱਚੀ ਉਹਨੇ ਜੋ ਗੱਲਾਂ ਕੀਤੀਆਂ, ਪਹਿਲਾਂ ਮੈਂ ਵੀ ਬੜਾ ਹੰਕਾਰਿਆ ਫਿਰਦਾ ਸੀ ਤੇ ਉਹਨੇ ਸਾਰੀ ਫੂਕ ਕੱਢਤੀ 15 ਕੁ ਦਿਨਾਂ ਦੇ ਅੰਦਰ ਅੰਦਰ। ਇਹ ਸਾਰਾ ਕੁਝ ਸਾਡੇ ਆਲੇ ਦੁਆਲੇ ਨਿਤ ਵਾਪਰ ਰਿਹਾ। ਅਸੀਂ ਬਹੁਤ ਵਧੀਆ ਹਾਂ, ਬਾਕੀ ਸਾਰੇ ਘਟੀਆ ਨੇ। ਇਹ ਸਾਡੇ ਹਰ ਇੱਕ ਬੰਦਾ ਕਹਿੰਦਾ ਮੇਰਾ ਧਰਮ ਵਧੀਆ, ਮੇਰੇ ਸਿੱਖੀ ਵਧੀਆ, ਮੇਰਾ ਆਹ ਸਾਰਾ ਕੁਝ ਵਧੀਆ, ਤੁਹਾਡਾ ਮਾੜਾ। ਫਿਰ ਜੇ ਮਾੜਾ ਸੱਚਮੁੱਚ ਦੂਜਿਆਂ ਦਾ, ਤੇ ਉਹਨੂੰ ਚੰਗਾ ਬਣਾਉਣ ਦੇ ਵਿੱਚ ਕੀ ਯੋਗਦਾਨ ਪਾ ਰਹੇ ਆਪਾਂ? ਦੂਜੇ ਮੰਨ ਲਓ ਬੇਅਕਲ ਨੇ, ਉਹਨਾਂ ਨੂੰ ਅਕਲਮੰਦ ਬਣਾਉਣ ਵਾਸਤੇ ਕੀ ਕੀਤਾ? ਦੂਜੇ ਸਮਝ ਲਓ ਆਰਥਿਕ ਪੱਖੋਂ ਕਮਜ਼ੋਰ ਨੇ, ਉਹਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦਾ ਅਸੀਂ ਕੀ ਉਪਰਾਲਾ ਕੀਤਾ? ਜੇ ਦੂਜੇ ਮਾਨਸਿਕ ਤੌਰ ਤੇ ਪਛੜੇ ਹੋਏ ਨੇ, ਉਹਨਾਂ ਨੂੰ ਗਿਆਨ ਦੇਣ ਦਾ ਕੀ ਪ੍ਰਬੰਧ ਕੀਤਾ? ਉਹਨਾਂ ਦੇ ਘਰਾਂ 'ਚ ਜੇ ਸਾਫ਼ ਸਫਾਈ ਨਹੀਂ ਹੈ, ਰਹਿਣ ਸਹਿਣ ਦਾ ਢੰਗ ਉਹਨਾਂ ਦਾ ਵਿਚਾਰਿਆਂ ਦਾ ਬਹੁਤ ਪਿੱਛੇ ਹੈ, ਤੇ ਉਹਨਾਂ ਦੇ ਰਹਿਣ ਦੇ ਢੰਗ ਤਰੀਕਿਆਂ ਦੇ ਵਿੱਚ ਅਸੀਂ ਕੀ ਯੋਗਦਾਨ ਪਾਇਆ? ਕੁਝ ਵੀ ਨਹੀਂ ਕੀਤਾ ਅੱਜ ਤੱਕ। ਸਿੱਖ ਧਰਮ ਬਹੁਤ ਮਹਾਨ ਹੈ, ਹਰ ਬੰਦਾ ਮੇਰੇ ਵਰਗਾ ਸਟੇਜ ਤੇ ਖਲੋ ਕੇ ਨਾਰਾ ਲਾ ਦਿੰਦਾ ਤੇ ਉਂਝ ਕਰਨ ਨੂੰ ਕੁਝ ਵੀ ਤਿਆਰ ਨਹੀਂ ਹੈ। ਜੇ ਕੋਈ ਮਾਇਆ ਮਿਲਦੀ ਆ ਆਪਣੇ ਬੋਝੇ 'ਚ ਪਾ ਕੇ ਹੋ ਗਿਆ ਤੇ ਹੋ ਗਿਆ, ਲੋੜਵੰਦ ਦੀ ਲੋੜ ਪੂਰੀ ਨਹੀਂ ਕੀਤੀ ਜਾਂਦੀ। ਤੁਸੀਂ ਆਪ ਹੀ ਖੁਦ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਜਿਹਨੂੰ ਅਸੀਂ ਛੋਟੀਆਂ ਜਾਤਾਂ ਦੇ ਲੋਕ ਕਹਿੰਦੇ ਆ, ਉਹਨਾਂ ਨੂੰ ਸਾਡੇ ਚੌਧਰੀ, ਕਮੇਟੀਆਂ ਦੇ ਪ੍ਰਧਾਨ, ਗੁਰਦੁਆਰਿਆਂ ਦੇ ਪ੍ਰਧਾਨ, ਉਸ ਪਾਸੇ ਉਹਨਾਂ ਦੇ ਸੁਧਾਰ ਵਾਸਤੇ ਕਿੰਨਾ ਉਹਨਾਂ ਨੇ ਯਤਨ ਕੀਤਾ, ਕਿੰਨਾ ਕਿ ਇਸ ਪਾਸੇ ਲਿਆਉਂਦਾ, ਤੇ ਉਹ ਹਾਲੇ ਤੱਕ ਜ਼ੀਰੋ ਦੇ ਪੱਧਰ ਤੇ ਹੀ ਹੈ। ਲਗਭਗ 30-32 ਸਾਲ ਪਹਿਲਾਂ ਮੈਂ ਆਪਣੇ ਪਿੰਡ ਛੋਟਾ ਜਿਹਾ ਮਕਾਨ ਬਣਾਇਆ ਸੀ, ਤੇ ਜਦੋਂ ਮਕਾਨ ਮੁਕੰਮਲ ਹੋ ਗਿਆ, ਮੇਰੀ ਜੀਵਨ ਸਾਥਣ ਕਹਿਣ ਲੱਗੀ ਕਿ ਆਪਾਂ ਨੇ 5 ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਮੈਂ ਕਿਹਾ ਜੀ ਠੀਕ ਹੈ। ਕਹਿੰਦੀ ਉਹ ਤਰੀਕ ਮਿਥ ਲਈ ਤੇ ਤੁਸੀਂ 5 ਸਿੱਖਾਂ ਨੂੰ ਕਿਹਾ ਵੀ ਇਸ ਤਰੀਕ ਨੂੰ ਇੰਨੇ ਵਜੇ ਸਾਡੇ ਘਰ ਪ੍ਰਸ਼ਾਦਾ ਛਕਣ ਆ ਜਾਏ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਆ, ਤੇ ਉਹਨੇ ਭੋਜਨ ਪ੍ਰਸ਼ਾਦਾ ਬਣਾ ਲਿਆ ਜੋ ਵੱਧ ਤੋਂ ਵੱਧ ਬਣਾ ਸਕਦੇ ਸੀ, ਤੇ ਮੈਨੂੰ ਕਹਿਣ ਲੱਗੀ ਬੁਲਾ ਲਿਓ ਉਹਨਾਂ ਨੂੰ। ਮੈਂ ਜਾ ਕੇ ਲਿਆ ਆ, ਤੇ ਜਦੋਂ 5 ਸਿੱਖ ਘਰ ਆ ਗਏ, ਮੇਰੀ ਜੀਵਨ ਸਾਥਣ ਦੇ ਹਵਾ ਛੁੱਟ ਗਈ ਵੀ ਇਹ ਕੀ ਹੋ ਗਿਆ। ਤੇ ਉਹ ਹੈਰਾਨ ਹੱਕੀ ਬੱਕੀ, ਤੇ ਮੈਨੂੰ ਅੰਦਰ ਇਸ਼ਾਰਾ ਕਰਕੇ ਕਮਰੇ 'ਚ ਲੈ ਗਈ ਅੰਦਰ। ਕਹਿੰਦੀ ਇਹਨਾਂ ਨੂੰ ਬੁਲਾ ਕੇ ਕਾਹਦੋਂ ਵਾਸਤੇ ਲੈ ਆਇਆ? ਮੈਂ ਕੀ ਗੱਲ, ਇਨਸਾਨ ਨਹੀਂ ਹੈਗੇ ਕਿ ਸਿੱਖ ਨਹੀਂ ਹੈਗੇ? ਕਹਿੰਦੀ ਮੈਂ ਇਹੋ ਜਿਹੇ ਸਿੱਖਾਂ ਨੂੰ ਕਿਹਾ ਸੀ। ਗੱਲ ਕੀ ਸੀ? ਉਹ ਸ਼ੂਦਰਾਂ 'ਚੋਂ 5 ਸਿੱਖਾਂ ਨੂੰ ਲਿਆਇਆ ਸੀ ਮੈਂ। 5 ਅੰਮ੍ਰਿਤਧਾਰੀ ਸੀ, ਖੰਡੇ ਕੀ ਪਹੁੱਲੇ ਸੀ, ਪਰ 5 ਸ਼ੂਦਰਾਂ 'ਚੋਂ ਸੀ। ਤੇ ਮੈਂ ਕਿਹਾ ਹੁਣ ਮੈਂ ਤਾਂ ਜਿਹੜਾ ਕੋਈ ਕਰਨਾ ਕਰ ਲਿਆ, ਜੇ ਤੇਰਾ ਮਨ ਉਦਾਸ ਹੈ, ਤੂੰ ਮੁਸ਼ਕਲ ਦੇ ਵਿੱਚ ਹੈ, ਇਹ ਖਾਣਾ ਹੁਣ ਮੈਂ ਖਵਾ ਦੂੰਗਾ, ਪਰ ਮੈਂ ਤਾਂ ਪ੍ਰਸ਼ਾਦਾ ਇਹਨਾਂ ਨੂੰ ਛਕਾਵਾਂਗਾ। ਉਹ ਹੈਰਾਨ ਹੋਈ। ਕਹਿਣ ਹੌਲੀ ਹੌਲੀ ਮਨ ਨੂੰ ਸਮਝ ਆਇਆ, ਬਾਹਰ ਆ ਗਈ, ਤੇ ਉਤਰੇ ਜੇ ਮਨ ਨਾਲ ਪ੍ਰਸ਼ਾਦਾ ਵਰਤਾਇਆ, ਉਹਨਾਂ ਨੂੰ ਛਕਾ ਦਿੱਤਾ। ਜਿੰਨਾ ਕੁ ਦਾਸ ਕਰ ਸਕਦਾ ਸੀ, 30-32 ਸਾਲ ਪਹਿਲਾਂ ਵੀ ਉਹਨਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਕੋਈ ਥੋੜਾ ਬਹੁਤਾ ਚੋਲੇ ਦਾ ਕੱਪੜਾ, ਦਸਤਾਰ ਆਦਿਕ ਉਹਨਾਂ ਨੂੰ ਦਿੱਤਾ। ਉਹਨਾਂ ਦੇ ਮਨਾਂ 'ਚ ਇੰਨੀ ਹੀਣ ਭਾਵਨਾ ਆਈ ਹੁੰਦੀ ਹੈ, ਉਹ ਆਪਣੇ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਬਰਤਨ ਆਪ ਸਾਫ਼ ਕਰਨ ਵਾਸਤੇ, ਮਾਂਜਣ ਵਾਸਤੇ ਚੱਲ ਪਏ ਚੁੱਕ ਕੇ। ਮੈਨੂੰ ਰੋਕਤਾ, ਮੈਂ ਵੀਰ ਜੀ ਉਹ ਤੁਸੀਂ ਮੇਰੇ ਭਰਾ ਹੋ, ਮੈਂ ਤੁਹਾਨੂੰ ਭਰਾ ਜਾਣ ਕੇ ਸੱਦਿਆ, ਤੁਸੀਂ ਆਪਣੇ ਭਾਂਡੇ ਲੋਕਾਂ ਦੇ ਘਰਾਂ 'ਚ ਆਪ ਖੁਦ ਮਾਂਜਦੇ ਹੋਵੋਗੇ, ਪਰ ਮੈਂ ਤੁਹਾਨੂੰ ਗੁਰਸਿੱਖ ਜਾਣ ਕੇ ਸੱਦਿਆ, ਭਰਾ ਬਣਾ ਕੇ ਸੱਦਿਆ, ਆਪਣੇ ਭਾਂਡੇ ਤੁਸੀਂ ਆਪ ਨਹੀਂ ਮਾਂਜਣੇ, ਅਸੀਂ ਮਾਂਜਾਂਗੇ। ਉਹਨਾਂ ਦੇ ਮਨ 'ਚ ਜੋ ਗੱਲ ਬੈਠੀ ਹੋਈ ਸੀ ਸ਼ੁਰੂ ਤੋਂ। ਖੈਰ ਉਹ ਵਿਦਾ ਹੋ ਗਏ, ਤੇ ਵਿਦਾ ਹੋਣ ਤੋਂ ਬਾਅਦ ਮੇਰੀ ਜੀਵਨ ਸਾਥਾਂ ਨੇ ਜਦੋਂ ਪੁੱਛਿਆ ਵੀ ਇਹ ਇਉਂ ਕਿਉਂ ਹੋ ਗਿਆ, ਇਉਂ ਕਿਉਂ ਹੋ ਗਿਆ, ਮੈਂ ਕਿਹਾ ਜਿਹੜੇ ਗੁਰਦੁਆਰੇ ਦੇ ਭਾਈ ਨੇ ਉਹਨਾਂ ਦੀ ਤਾਂ ਪਹਿਲੀ ਕੁਆਂਟਲ ਦੀਆਂ ਗੁਗੜਾਂ ਵਧੀਆਂ ਪਈਆਂ ਨੇ, ਉਹਨਾਂ ਨੂੰ ਤਾਂ ਪਹਿਲੀ ਲੋਕ ਆਪਣੇ ਘਰਾਂ 'ਚ ਰੋਜ਼ ਹੀ ਸੱਦੇ ਪੱਤਰ ਦੇਈ ਜਾਂਦੇ ਨੇ, ਤੇ ਇਹਨਾਂ ਵਿਚਾਰਿਆਂ ਨੂੰ ਕੋਈ ਨਹੀਂ ਬੁਲਾਉਂਦਾ ਹੈ। ਤੇ ਮੈਂ ਕਿਹਾ ਉਹ ਜਿਹੜੀ ਬੀਬੀ ਅੰਜਲਾ ਸਾਨੂੰ ਕਹਿ ਕੇ ਗਈ ਸੀ ਨਾ, ਮੇਰੇ ਮਨ ਤੇ ਉਸ ਗੱਲ ਦੀ ਠੋਕਰ ਸੀ, ਭਾਰ ਸੀ ਕਿ ਮੈਨੂੰ ਜਿੰਨਾ ਕਰ ਸਕਦਾ ਓਨਾ ਤਾਂ ਕਰਾਂ, ਇਹਨਾਂ ਦਾ ਮਾਣ ਸਨਮਾਨ ਕਰਨਾ ਬਣਦਾ ਹੈ। ਤੇ ਅਗਲੀ ਗੱਲ, ਕੁਝ ਦਿਨ ਬੀਤੇ ਸੀ, ਮੈਂ ਇਹ ਕੰਮ ਤੋਂ ਬਾਅਦ ਚਲਾ ਗਿਆ। 15-20 ਦਿਨਾਂ ਤੋਂ ਬਾਅਦ ਜਦੋਂ ਮੈਂ ਘਰ ਆਇਆ, ਤੇ ਕਈਆਂ ਨੇ ਮੈਨੂੰ ਆਖਿਆ ਕਿ ਵੀ ਤੂੰ ਨਵਾਂ ਕੰਮ ਕਰ ਦਿੱਤਾ, ਤੂੰ ਇਹਨਾਂ ਨੂੰ ਮਾਣ ਦਿੱਤਾ, ਬੜਾ ਚੰਗਾ ਕੀਤਾ, ਇਹ ਤੂੰ ਪਿਰਤ ਤੋੜ ਦਿੱਤੀ, ਸ਼ੂਦਰਾਂ ਨੂੰ ਆਪਣੇ ਘਰ 'ਚ ਸਿੱਖਾਂ ਨੂੰ ਬੁਲਾਇਆ, ਚੰਗਾ ਕੀਤਾ। ਜਦੋਂ ਮੈਂ ਗੱਲਾਂ ਸੁਣੀਆਂ, ਮੈਂ ਘਰੇ ਆ ਕੇ ਜੀਵਨ ਸਾਥੀ ਨੂੰ ਦੱਸਿਆ, ਮੈਂ ਭਗਵਾਨ ਨੇ ਆਪਾਂ 50,000 ਰੁਪਈਆ ਖਰਚ ਕੇ ਵੀ ਉਨੀ ਮਾਣ ਸਨਮਾਨ ਨਹੀਂ ਸੀ ਹਾਸਲ ਕਰ ਸਕਦੇ, ਜਿਨ੍ਹਾਂ ਇਹਨਾਂ 5 ਬੰਦਿਆਂ ਨੇ ਜਾ ਕੇ ਥਾਂ ਥਾਂ ਤੇ ਗੱਲਾਂ ਕੀਤੀਆਂ ਨੇ ਨਾ ਕਿ ਅਸੀਂ ਸਿੱਖਾਂ ਨੂੰ ਜਾਣਦੇ ਹਾਂ, ਇੰਦਰ ਸਿੰਘ ਵਰਗਾ ਬਣ ਕੇ ਦਿਖਾਓ ਕੋਈ, ਉਹਨੇ ਸਾਨੂੰ ਬੁਲਾਇਆ, ਤੁਸੀਂ ਤਾਂ ਨੇੜੇ ਨਹੀਂ ਖਲੋਣ ਦਿੰਦੇ ਸਾਨੂੰ।
ਅਸੀਂ ਜਾਣਦੇ ਹਾਂ ਤੁਹਾਡੀ ਸਿੱਖੀ ਇਹ। ਮੈਂ ਕਹਾਂ ਹੁਣ ਸਾਰਿਆਂ ਨੂੰ ਖਿਚਾਈ ਕਰਨ ਲੱਗ ਪਏ ਨੇ ਕਿ ਸਿੱਖੀ ਤਾਂ ਇਹੋ ਜਿਹੀ ਚਾਹੀਦੀ ਹੈ। ਇਹਨਾਂ ਨੇ ਜਿੰਨਾ ਸਾਨੂੰ ਮਾਣ ਸਨਮਾਨ ਦਿਵਾਇਆ ਨਾ ਪਿੰਡ 'ਚ, ਤੇ ਸ਼ਾਇਦ 50-60 ਹਜ਼ਾਰ ਰੁਪਈਆ ਵੀ ਖਰਚਣ ਦੇ ਉਹਨਾਂ ਨਹੀਂ ਸੀ ਮਿਲਣਾ। ਤੇ ਖੈਰ ਜਿੰਨੀ ਕਿ ਮੇਰੇ ਕੋਲੇ ਸਮਝ ਹੈ, ਜਿੰਨੀ ਕਿ ਮੇਰੀ ਸਮਰੱਥਾ ਹੈ, ਮੈਂ ਬੜੇ ਲੰਮੇ ਸਮੇਂ ਤੋਂ ਉਹੇ ਜਿਹੇ ਕੰਮ ਕਰਨ ਦਾ ਯਤਨ ਕਰਦਾ। ਸਤਿਗੁਰੂ ਸਮੱਧ ਦੇਵੇ ਕਿ ਆਪਣੇ ਆਪ ਨੂੰ ਉੱਚਾ ਕਹਿ ਦੇਣਾ ਬਹੁਤ ਸੌਖਾ ਹੈ, ਪਰ ਆਪਣੇ ਤੋਂ ਨੀਵਿਆਂ ਨੂੰ ਬਰਾਬਰ ਲਿਆਉਣ ਵਾਸਤੇ ਉਪਰਾਲਾ ਕਰਨਾ ਬਹੁਤ ਔਖਾ ਹੈ। ਇਹਦੇ ਵਾਸਤੇ ਆਪਾਂ ਸੋਚੀਏ, ਪ੍ਰਬੰਧਕ ਵੀਰ ਵੀ ਸੋਚਣ, ਆਮ ਸਿੱਖ ਮਾਈ ਭਾਈ ਆਪਣਾ ਪੈਸਾ ਬਹੁਤ ਵਾਰੀ ਵਿਅਰਥ ਗਵਾ ਦਿੰਦਾ ਹੈ, ਬੇਲੋੜੀਆਂ ਚੀਜ਼ਾਂ ਤੇ ਰੋੜ ਦਿੰਦਾ ਹੈ। ਆਪਣੇ ਭੈਣਾਂ ਭਰਾਵਾਂ ਨੂੰ ਉੱਚਾ ਚੁੱਕਣ ਵਾਸਤੇ ਅਸੀਂ ਕੀ ਯਤਨ ਕਰਦੇ ਹਾਂ ਉਹ ਕਰੀਏ। ਤੇ ਆਓ ਇਸ ਸ਼ਬਦ ਦੇ ਵਿੱਚ ਜੋ ਹੰਕਾਰ ਦੀਆਂ ਗੱਲਾਂ ਕੀਤੀਆਂ ਗਈਆਂ ਨੇ, ਉਹਦੇ ਨਾਲ ਨਾਲ ਆਪਾਂ ਜੋ ਵੱਡੇ ਵੱਡੇ ਦੇਵਤੇ ਅਵਤਾਰ ਕਰਨ ਕਾਰਨ ਸਮਰੱਥ ਹਿੰਦੂ ਸਮਾਜ ਦੇ ਵਿੱਚ ਮੰਨੇ ਜਾਂਦੇ ਸੀ, ਉਹਨਾਂ ਦਾ ਗੁਰੂ ਸਾਹਿਬ ਨੇ ਕਿਵੇਂ ਪੋਲ ਖੋਲੇ ਨੇ ਤੇ ਉਹਨਾਂ ਨੂੰ ਕਿਸ ਅਸਥਾਨ ਤੇ ਰੱਖਿਆ। ਜੇ ਅਸੀਂ ਇਸ ਗੱਲ ਨੂੰ ਸਮਝ ਜਾਈਏ ਤਾਂ ਇੱਕ ਨਿਰੰਕਾਰ ਤੋਂ ਬਿਨਾਂ ਅਤੇ ਗੁਰੂ ਦੀ ਬਾਣੀ ਉਪਦੇਸ਼ ਤੋਂ ਬਿਨਾਂ ਅਸੀਂ ਕਿਸੇ ਨੂੰ ਬਿਲਕੁਲ ਅੱਖ ਥੱਲੇ ਨਹੀਂ ਲਿਆਵਾਂਗੇ, ਕਿਸੇ ਅੱਗੇ ਸਿਰ ਨਹੀਂ ਝੁਕਾਵਾਂਗੇ। ਸਾਨੂੰ ਪਤਾ ਲੱਗ ਜਾਵੇਗਾ ਕਿ ਇਹਨਾਂ ਦੇ ਪੱਲੇ ਤਾਂ ਕੁਝ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੰਨਾ ਡੂੰਘਾ ਅਧਿਐਨ ਕੀਤਾ ਪ੍ਰਚਲਿਤ ਪੁਰਾਣੇ ਧਰਮ ਗ੍ਰੰਥਾਂ ਦਾ, ਸ਼ਾਇਦ ਅੱਜ ਦੇ ਵਿਦਵਾਨ ਵੀ ਓਨੇ ਵੱਡੇ ਪੱਧਰ ਤੇ ਉਸ ਢੰਗ ਦੇ ਨਾਲ ਆਲੋਚਨਾਤਮਕ ਦ੍ਰਿਸ਼ਟੀ ਹੈ ਜਿਹੜੀ ਉਹਦੇ ਨਾਲ ਅੱਜ ਵੀ ਉਹਨਾਂ ਨੂੰ ਸਾਹਮਣੇ ਨਹੀਂ ਲਿਆ ਸਕਦੇ। ਕੁਝ ਇੱਕ ਵਿਦਵਾਨਾਂ ਨੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਇੰਗਲਿਸ਼ 'ਚ ਅਨੁਵਾਦ ਕੀਤਾ ਹਿੰਦੂਆਂ ਦੇ ਧਰਮ ਗ੍ਰੰਥਾਂ ਨੂੰ, ਤੇ ਉਹ ਵੀ ਆਲੋਚਨਾ ਦੇ ਤੌਰ ਤੇ ਨਹੀਂ ਕੀਤਾ, ਆਪਣੇ ਵੱਲੋਂ ਉਹਨਾਂ ਨੇ ਸਿੱਧੀ ਸਾਦੀ ਭਾਸ਼ਾ 'ਚ ਲਿਖ ਦਿੱਤਾ। ਤੇ ਆਲੋਚਨਾ ਕਰਨ ਵਾਲੇ ਤਾਂ ਬਾਅਦ ਦੇ ਵਿੱਚ ਆਏ ਨੇ, ਨਹੀਂ ਤਾਂ ਕਿਸੇ ਨੂੰ ਪਹਿਲਾਂ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਸੰਸਕ੍ਰਿਤ। ਤੇ ਫਿਰ ਜੇ ਪੜ੍ਹ ਲਈ, ਅਨੁਵਾਦ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਜੇ ਅਨੁਵਾਦ ਕਰਦਾ ਤੇ ਆਲੋਚਨਾ ਜੇ ਕਰ ਦਿੱਤੀ ਤੇ ਤੁਹਾਡੀ ਫਿਰ ਖੈਰ ਨਹੀਂ ਹੈ। ਇਸ ਕੰਮ ਲਗਾਤਾਰ ਲੰਮੇ ਸਮੇਂ ਤੱਕ ਹੁੰਦਾ ਰਿਹਾ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਤਾਮਿਲਨਾਡੂ ਦੇ ਕਿਸੇ ਵਿਦਵਾਨ ਦੀ ਲਿਖੀ ਹੋਈ ਹੈ, ਸ਼ਾਇਦ ਇਹਦਾ ਨਾਮ ਹੈ ਤਰਕਬੋਧ, ਤਰਕਸ਼ੀਲਾ ਵੱਲੋਂ ਛਪੀ ਹੋਈ ਕਿਤਾਬ ਹੈ। ਉਹਦੇ ਵਿੱਚ ਇੱਕ ਵਿਦਵਾਨ ਉਧਰਲਾ ਤਾਮਿਲਨਾਡੂ ਦਾ, ਕਿਤਾਬ ਇੰਗਲਿਸ਼ ਦੇ ਵਿੱਚ ਸੀ ਪਰ ਪੰਜਾਬੀ 'ਚ ਅਨੁਵਾਦ ਹੋਇਆ ਉਹਦਾ ਮਿਲ ਜਾਂਦਾ ਹੈ। ਤੇ ਮੈਂ ਜਦੋਂ ਪੜ੍ਹ ਰਿਹਾ ਸੀ, ਇੱਕ ਪੰਨੇ ਤੇ ਉਹਦੇ ਇਹ ਬਕਾਇਦਾ ਸਾਫ਼ ਲਿਖਿਆ ਸੀ, ਕਹਿਣ ਲੱਗਿਆ ਜਿਹੜੇ ਵੇਦ ਲਿਖੇ ਹੋਏ ਨੇ ਨਾ, ਇਹ ਦੇਵੀ ਦੇਵਤਿਆਂ ਦਾ ਸਰੂਪ ਜਿਹੜਾ ਵੇਦਾਂ 'ਚੋਂ ਪ੍ਰਗਟ ਹੁੰਦਾ ਹੈ, ਇਹ ਉਸ ਯੁੱਗ ਦੀ ਰਚਨਾ ਨੇ ਜਦੋਂ ਮਨੁੱਖ ਦੀ ਸਭਿਅਤਾ ਹਾਲੇ ਵਿਕਾਸ ਦੀਆਂ ਪਹਿਲੀਆਂ ਮੰਜ਼ਲਾਂ ਤੇ ਸੀ, ਭਾਵ ਹਾਲੇ ਵਿਕਾਸ ਪੂਰਾ ਨਹੀਂ ਹੋਇਆ ਸੀ। ਜਿਹੜਾ ਆਜੜੀ ਢੰਗ ਹੈ, ਜਿਹੜਾ ਕਬੀਲਾ ਯੁੱਗ ਹੈ, ਉਦੋਂ ਆਜੜੀਆਂ ਵਾਂਗੂ ਇੱਕ ਥਾਂ ਤੇ ਹਫ਼ਤਾ 10 ਦਿਨ ਕੱਟ ਲਏ, ਉਥੋਂ ਘਾਹ ਘਟ ਗਿਆ ਤੇ ਅੱਗੋਂ ਆਪਣੀਆਂ ਗਾਵਾਂ ਮੱਝਾਂ ਨੂੰ, ਬੱਕਰੀਆਂ ਭੇਡਾਂ ਨੂੰ ਅੱਗੇ ਤੋਰ ਲਿਆ। ਇਸ ਤਰ੍ਹਾਂ ਮਹੀਨਾ 20 ਦਿਨ ਇੱਕ ਥਾਂ ਤੇ ਕੱਟਿਆ। ਹਾਲੇ ਖੇਤੀ ਦਾ ਯੁੱਗ ਵੀ ਸ਼ੁਰੂ ਨਹੀਂ ਸੀ ਹੋਇਆ, ਉਦੋਂ ਦੇ ਵੇਦ ਲਿਖੇ ਹੋਏ ਨੇ। ਉਹਨੇ ਫਿਰ ਹਵਾਲਾ ਦਿੱਤਾ, ਕਹਿਣ ਲੱਗਿਆ ਤੁਸੀਂ ਇਹ ਦੇਖ ਲਓ, ਜਿਹੜੀ ਚੀਜ਼ ਸਾਡੇ ਕੋਲੇ ਨਹੀਂ ਹੁੰਦੀ ਉਹ ਆਪਾਂ ਕਿਸੇ ਕੋਲੋਂ ਮੰਗਦੇ ਹਾਂ, ਚਾਹੇ ਦੇਵਤੇ ਕੋਲੋਂ, ਚਾਹੇ ਰੱਬ ਕੋਲੋਂ, ਚਾਹੇ ਕਿਸੇ ਬੰਦੇ ਕੋਲੋਂ। ਵੇਦਾਂ 'ਚ ਇਹ ਲਿਖਿਆ ਹੋਇਆ ਹੈ, ਰੱਬ ਦਾ ਨਾਮ ਕਿਤੇ ਨਹੀਂ ਵੇਦਾਂ ਦੇ ਵਿੱਚ ਹੈ, ਰੱਬ ਬਾਰੇ ਕੁਝ ਨਹੀਂ ਹੈ, ਦੇਵਤਿਆਂ ਬਾਰੇ ਹੈ। ਦੇਵਤਿਆਂ ਨੂੰ ਰੱਬ ਮੰਨਦੇ ਨੇ, ਅਗਨੀ ਦੇਵਤਾ, ਇੰਦਰ ਦੇਵਤਾ, ਬਰਮਾ ਦੇਵਤਾ ਆਦਿਕ ਇਹ ਦੇਵਤੇ ਮਿੱਥੇ ਗਏ ਨੇ। ਉਹ ਲਿਖਦਾ ਹੈ, ਕਹਿਣ ਲੱਗਾ ਇੱਥੇ ਬਹੁਤਾ ਸੂਰਜ ਦੇਵਤਾ, ਅਗਨੀ ਦੇਵਤਾ ਇਹ ਜ਼ਿਆਦਾ ਜ਼ਿਕਰ ਹੈ ਵੇਦਾਂ 'ਚ। ਤੇ ਉੱਥੇ ਲਿਖਿਆ ਹੈ, ਹੇ ਅਗਨੀ ਦੇਵਤਾ ਤੂੰ ਸਾਨੂੰ ਚੰਗੇ ਘਰ ਦੇ ਦੇ। ਇਹਦਾ ਮਤਲਬ ਉਹਦੇ ਵਿੱਚ ਜਦੋਂ ਉਹਨਾਂ ਦਾ ਯੁੱਗ ਹੈ ਲਿਖੇ ਜਾ ਰਹੇ ਨੇ, ਉਦੋਂ ਉਹਨਾਂ ਕੋਲੇ ਘਰ ਨਹੀਂ ਸੀ, ਉਹ ਟੱਪਰੀ ਬਾਸ ਥਾਂ ਥਾਂ ਤੇ ਤੁਰੇ ਫਿਰਦੇ ਸੀ। ਉਹ ਘਰ ਤਾਂ ਹੀ ਮੰਗ ਰਹੇ ਨੇ ਜੇ ਘਰ ਹੈ ਨਹੀਂ ਉਹਨਾਂ ਕੋਲੇ। ਕਹਿੰਦਾ ਅੱਗੇ ਲਿਖਿਆ, ਹੇ ਅਗਨੀ ਦੇਵਤਾ ਤੂੰ ਸਾਨੂੰ ਸੋਮ ਰਸ ਦੇ ਦੇ। ਸੋਮ ਰਸ ਉਹ ਸ਼ਰਾਬ ਨੂੰ ਕਹਿੰਦੇ ਨੇ। ਇਹਦਾ ਮਤਲਬ ਸ਼ਰਾਬ ਉਹਨਾਂ ਕੋਲੇ ਆਮ ਨਹੀਂ ਸੀ, ਔਖੇ ਹੋ ਕੇ ਕੱਢਣੀ ਬਣਾਉਣੀ ਪੈਂਦੀ ਸੀ, ਪਰ ਸ਼ਰਾਬ ਪੀਣ ਨੂੰ ਉਹਨਾਂ ਦਾ ਜੀਅ ਕਰਦਾ ਸੀ ਤੇ ਅਗਨੀ ਦੇਵਤਾ ਤੋਂ ਸ਼ਰਾਬ ਵੀ ਮੰਗਦੇ ਨੇ। ਤੇ ਉਹ ਇਹ ਵੀ ਕਹਿੰਦੇ ਨੇ, ਹੇ ਅਗਨੀ ਦੇਵਤਾ ਤੂੰ ਸਾਨੂੰ ਸੋਹਣੀਆਂ ਪਤਨੀਆਂ ਦੇ ਦੇ। ਭਾਵ ਕਿ ਉਦੋਂ ਵਿਆਹ ਦਾ ਹਾਲੇ ਪਰੰਪਰਾ ਨਹੀਂ ਚੱਲੀ ਸੀ, ਇੱਕ ਦੂਜੀ ਦੀਆਂ ਲੜਕੀਆਂ ਖੋਹ ਕੇ ਚੁੱਕ ਕੇ ਜਬਰੀ ਉਧਾਲ ਕੇ ਲਿਆ ਕੇ ਆਉਂਦੇ ਸੀ। ਤੇ ਉਹ ਵੀ ਅਗਨੀ ਦੇਵਤਾ ਅੱਗੇ ਅਰਦਾਸਾਂ ਕਰਦੇ ਸੀ ਕਿ ਤੂੰ ਸਾਡੀ ਇਸ ਖੋਹਾ ਖਿੰਜੀ ਦੇ ਵਿੱਚ ਮਦਦ ਕਰੀ। ਇਹ ਸਾਰਾ ਕੁਝ ਸਾਨੂੰ ਚੰਗੀ ਰੋਟੀ ਖਾਣਾ ਦੇ ਦੇ। ਇਹਦਾ ਮਤਲਬ ਚੰਗਾ ਖਾਣਾ ਵੀ ਉਹਨਾਂ ਜ਼ਮਾਨਿਆਂ 'ਚ ਨਹੀਂ ਸੀ ਮਿਲਦਾ। ਉਹਨੇ ਕਿਹਾ ਵੀ ਜਿਹੜੀਆਂ ਇਹ ਅੰਦਰਲੀਆਂ ਚੀਜ਼ਾਂ ਨੇ, ਇੱਕ ਤਾਂ ਰੱਬ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ, ਦੂਜਾ ਰਹਿਣ ਸਹਿਣ ਦਾ ਢੰਗ ਉਹ ਬਹੁਤ ਥੱਲੜੇ ਪੱਧਰ ਤੇ ਹੈ, ਉਹਨਾਂ ਦੀਆਂ ਮੰਗਾਂ ਦਰਸਾ ਰਹੀਆਂ ਨੇ। ਤੇ ਉਸ ਜ਼ਮਾਨੇ ਦੇ ਲਿਖੇ ਹੋਏ ਵੇਦ ਅੱਜ 21ਵੀਂ ਸਦੀ ਦੇ ਵਿੱਚ ਇਹ ਸਾਡੀ ਅਗਵਾਈ ਨਹੀਂ ਕਰ ਸਕਦੇ, ਇਹ ਅੱਜ ਸਾਨੂੰ ਸੇਧ ਕੋਈ ਨਹੀਂ ਦੇ ਸਕਦੇ। ਇਸ ਕਰਕੇ ਅੱਜ ਇਹਨਾਂ ਦੀ ਆਮ ਜ਼ਿੰਦਗੀ ਦੇ ਵਿੱਚ ਕੋਈ ਬਹੁਤੀ ਮਹਾਨਤਾ ਨਹੀਂ ਰਹੀ। ਜਿਹੜੇ ਲੋਕ ਇਹਨਾਂ ਨੂੰ ਸਿਰ ਤੇ ਧਰੀ ਫਿਰਦੇ ਨੇ, ਉਹ ਪਿਛੜੇ ਯੁੱਗ 'ਚ ਸਾਨੂੰ ਲਿਜਾਣਾ ਚਾਹੁੰਦੇ ਨੇ ਕਿ 5000 ਸਾਲ ਪਿੱਛੇ ਚਲੇ ਜਾਓ। ਉਹ ਜ਼ਿੰਦਗੀ ਦਾ ਢੰਗ ਸਭ ਤੋਂ ਵਧੀਆ ਸੀ, ਕਿਉਂਕਿ ਸਾਡੇ ਦੇਵਤੇ ਉਸ ਤਰ੍ਹਾਂ ਰਹਿੰਦੇ ਸੀ।
ਤੇ ਉਹਨਾਂ ਜ਼ਮਾਨੇ ਦੀ ਸਭਿਅਤਾ ਨੂੰ ਵੀ ਬਹੁਤ ਲੋਕਾਂ ਨੇ ਪੜ੍ਹ ਲਿਆ, ਵਿਚਾਰ ਲਿਆ। ਇੱਕ ਕਿਤਾਬ ਹੈ ਹਿੰਦੂ ਇਤਿਹਾਸ ਹਾਰੋਂ ਕੀ ਦਾਸਤਾਨ, ਇਹ ਵੀ ਬਹੁਜਨ ਸਮਾਜ ਵਾਲਿਆਂ ਨੇ ਕਿਸੇ ਨੇ ਲਿਖੀ ਹੋਈ ਹੈ। ਇਸ ਤਰ੍ਹਾਂ ਸੁੰਦਰ ਲਾਲ ਸਾਗਰ ਨੇ ਬਹੁਜਨ ਸਮਾਜ ਪਾਰਟੀ ਦਾ ਇੱਕ ਬਹੁਤ ਵੱਡਾ ਇਹ ਲਿਖਾਰੀ ਹੈ, ਰਾਈਟਰ ਹੈ, ਇਹਨੇ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ। ਇਹਨਾਂ ਨੇ ਬਹੁਤ ਸਾਰਾ ਉਹ ਸੱਚ ਸਾਹਮਣੇ ਲੈ ਕੇ ਆਂਦਾ ਹੈ ਕਿ ਇਹ ਤਾਂ ਹਾਰਨ ਤੋਂ ਸਿਵਾਏ ਹੋਰ ਕੁਝ ਕਦੇ ਜਿੱਤ ਵਗੈਰਾ ਕੀਤੀ ਹੀ ਕੋਈ ਨਹੀਂ, ਤੇ ਜਿਹੜਾ ਆਇਆ ਤੇ ਉਹਨੂੰ ਵੇਖ ਕੇ ਜਾਂ ਤਾਂ ਹਾਰ ਮੰਨ ਲਈ ਉਹਦੇ ਮੂਹਰੇ, ਜਾਂ ਦੌੜ ਕੇ ਜੰਗਲਾਂ ਨੂੰ ਚਲੇ ਗਏ, ਮੁਕਾਬਲਾ ਤਾਂ ਕਦੀ ਕਰ ਹੀ ਨਹੀਂ ਸਕੇ। ਨਹੀਂ ਤਾਂ ਬਗਾਨੇ ਬੰਦੇ ਆ ਕੇ 500-700 ਬੰਦਾ ਵਿਦੇਸ਼ ਚੋਂ ਆਇਆ ਤੇ ਹਿੰਦੁਸਤਾਨ ਨੂੰ ਲੁੱਟ ਕੇ ਹੋ ਗਿਆ ਵਾਪਸ। ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਵੇਦਾਂ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਬਹੁਤਾ ਉਹ ਉਹਨਾਂ ਸਮਿਆਂ ਦੇ ਜੰਗਾਂ ਯੁੱਧਾਂ ਦਾ ਹਾਲ ਹੈ। ਦੇਵੀ ਦੇਵਤੇ ਨੇ ਜਿਹੜੇ ਉਹ ਇਹਨਾਂ ਦੇ ਅਸਲ ਦੇ ਵਿੱਚ ਉਦੋਂ ਦੇ ਧਾਰਮਿਕ ਮੁਖੀ ਬਣਾ ਲਏ ਗਏ, ਕਿਉਂਕਿ ਧਰਮ ਤੇ ਆਧਾਰਿਤ ਹੀ ਸਾਰੇ ਕੰਮ ਹੁੰਦੇ ਸਨ। ਅਸਲ ਦੇ ਵਿੱਚ ਇਹਨਾਂ ਦੇ ਉਹ ਜਥਿਆਂ ਦੇ, ਇਹਨਾਂ ਦੇ ਗਰੁੱਪਾਂ ਦੇ ਤੇ ਇਹਨਾਂ ਦੇ ਰਾਜ ਦੇ ਕਬੀਲਿਆਂ ਦੇ ਉਹ ਮੁਖੀ ਸਨ, ਜਿਹਨੂੰ ਇਹ ਅੱਜ ਦੇਵਤੇ ਕਹਿੰਦੇ ਨੇ। ਅਸਲ ਦੇ ਵਿੱਚ ਉਹ ਰਾਜੇ ਸੀ, ਉਹ ਚੌਧਰੀ ਸੀ, ਤੇ ਉਹਨਾਂ ਨੂੰ ਹੌਲੀ ਹੌਲੀ ਸਮਾਂ ਪਾ ਕੇ ਇੱਕ ਤਰ੍ਹਾਂ ਦੇ ਬਹੁਤ ਕਾਰਨ ਸਮਰੱਥ, ਬਹੁਤ ਸ਼ਕਤੀਆਂ ਦੇ ਮਾਲਕ ਹੌਲੀ ਹੌਲੀ ਮੰਨ ਲਿਆ ਗਿਆ। ਇੰਦਰ ਦੇਵਤਾ ਇਹਨਾਂ ਦਾ ਬਹੁਤ ਪ੍ਰਭਾਵਸ਼ਾਲੀ ਜੰਗ ਯੋਧਾ ਮਾਹਰ ਬੰਦਾ ਸੀ, ਉਹਦਾ ਬਹੁਤ ਕੁਝ ਜ਼ਿਕਰ ਮਿਲਦਾ ਹੈ ਰਿਗਵੇਦ ਦੇ ਵਿੱਚ। ਬਾਰ-ਬਾਰ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ कि हे इंद्र देवता, हम आपकी शरण में आए हैं, हमारी आप रक्षा करना। आपने 500 जो किले हैं उनको बर्बाद कर दिया, हम आपका धन्यवाद करते हैं। भाव के इथों दे जिहड़े शूदर सी, द्रावड़ सी, इथों दे असल वसनीक भारत दे, उन्हां दे किलियां नूं तूं ढा दिता, उन्हां दे इन्ने हजार बंदियां नूं तूं मार दिता, उन्हां दीयां लड़कियां नूं अपने कोल तूं जबरी लै आया, उन्हां तो तू ईन मिला के मना के अपने गुलाम बना लिया। ये सारा कुछ रिगवेद दे विच बड़े पैमाने ते लिखिया पिया। एक तरह का समझण योग सिद्धा इतिहास नहीं, पर समझण योग इतिहासक घटनावां विचों बहुत सारियां मिल जांदियां ने। ये गल्लां दसदियां ने कि आर्यन जदों इधर आए सी, उन्हां ने अपणियां यादां नूं, अपणियां प्राप्तियां नूं इन्हां ग्रंथां 'च लिखिआ। रब बारे जां समाज बारे तां बहुता कुछ है ही नहीं इन्हां दे विच, अपणियां जित्तां दा जिक्र है बहुता। खैर, गुरु नानक साहब ने इहदी डूंघाई नाल स्टडी कर ली ते सानू समझा रहे ने कि इन्हां लोकां ने की प्राप्ति कीती है ते समाज नूं की दित्ता है। ये ते आप ही हंकारे आफरे फिरदे सी ते आप ही रब दा रूप बने फिरदे सी ते इन्हां दी पूजा लोकी किवें करके अपना जन्म सफला होण दीयां डींगां मारदे सी, ये तुसीं आप परख कर सकदे हो। ते सतगुरु कह रहे ने, ऐसा गर्भ बुरा संसार है, जिस गुर मिलै तिस गर्भ निवारै। हे भाई, गर्भ हंकार बहुत खतरनाक है, बुरा है, बहुत नुकसान करता है। जिसनू गुरु अगवाई देवे ते ओदा गर्भ हंकार मिट जावे तां फिर कोई भला हो सकता है। ते उंज पुरातन समय च ब्रह्मा दा ते होरना देवतियां दा, क्योंकि इहदे विच ब्रह्मा दा जिक्र आया, ब्रह्मै गर्भ किया नहीं जानिया। ब्रह्मा दा रंग की सी, उहदे धीआं पुत्र किन्ने सी, उहदे विआह किन्ने सी, वो सारा कुछ ये ऋगवेद दे विच मौजूद है। ब्रह्मे दा वेदां दे मुताबक वो लाल रंग दा सी, हालांकि इंसानां दे रंग लगभग साडे सारियां दे मिलदे जुलदे हुंदे ने, पर उत्थे वेदां दे रंग भी लिखे पए ने कि वो इस रंग दा है, देवतियां दे रंग भी लिखे पए ने, उन्हां दीयां सवारियां भी अलग अलग ने। नहीं ते आम तौर ते सवारी सारियां दी घोड़ा हुंदी है, हाथी हुंदी है, ऊंट हुंदी है। इत्थे कच्छू कुमा किसी दी सवारी, चूहा सवारी, कंज खंजूरा सवारी, सप सवारी, घोड़ा, हाथी, तोता, उल्लू, पता नहीं किन्ने तरह के पशु पंछी, मोर वगैरह भी सवारी करवाई पई है देवी देवतियां दी। ये सारा कुछ है। ते ब्रह्मा दे जिहड़े रंग सी वो लाल, इहदे सिर बना दिते पंज सिरां वाला सी ब्रह्मा। हुण आप अंदाजा लाओ, कोई विज्ञानक ढंग नाल सोचण वाला इंसान कदी किसी व्यक्ति नूं 5 सिरां वाला मन सकता है, पर इन्हां ने वो लिखिया होया है ते उहनूं ये सारे अपना धर्म ग्रंथ मनदे ने। इहदे 5 सिर ते 8 कन्न सन, कन्न 8 सी। उंज ते 10 होने चाहिए सी, क्योंकि एक सिर ते 2 तां हुंदे ही ने, अपने 10 चाहिए सी, पर वो पता नहीं किवें 2 मिस करते विचों। इहदे सज्जे अंगूठे विचों एक लड़का पैदा होया, इहदा नां सी दक्ष। सज्जे अंगूठे चों लड़का पैदा होया। इन्हां दे पैदा होण दा ढंग भी गैर विग्यानक है सारा, जिवें कि कुदरती तौर पर माता पिता तो बच्चे जन्म लेंदे ने, उदों तो लैके अज तक जिदण दी सृष्टि साजी है
ਉਦੋਂ ਤੋਂ ਲੈ ਕੇ ਕੁਦਰਤੀ ਢੰਗੇ ਹੋਈ ਹੈ, ਪਰ ਇਹਨਾਂ ਨੇ ਬੱਚੇ ਦਾ ਜਨਮ ਲੈਣਾ ਵੀ ਮਾਤਾ ਦੇ ਗਰਭ ਚੋਂ ਜਾਇਜ਼ ਨਹੀਂ ਸਮਝਿਆ, ਉਹਨੂੰ ਗਲਤ ਸਮਝਦੇ ਨੇ, ਪਾਪ ਵਾਲੀ ਗੱਲ ਸਮਝਦੇ ਨੇ। ਜਿਹੜਾ ਮਹਾਂਪੁਰਖ ਹੈ ਨਾ, ਉਹ ਮਾਂ ਤੋਂ ਜਨਮ ਨਹੀਂ ਲੈਂਦਾ, ਇਹ ਇਹਨਾਂ ਦਾ ਮੰਨਣਾ ਹੈ। ਖੈਰ, ਇੱਕ ਦਕਸ਼ ਰਿਸ਼ੀ ਬ੍ਰਹਮਾ ਜੀ ਦੇ ਸੱਜੇ ਅੰਗੂਠੇ ਚੋਂ ਪੈਦਾ ਕੀਤਾ, ਤੇ ਇੱਕ ਲੜਕੀ ਇਹਨੇ ਖੱਬੇ ਅੰਗੂਠੇ ਚੋਂ ਪੈਦਾ ਕੀਤੀ। ਬ੍ਰਹਮਾ ਨੇ ਉਹਦਾ ਨਾਮ ਅਦਿੱਤੀ ਰੱਖਿਆ। ਤੇ ਫਿਰ ਇੱਕ ਲੜਕਾ ਜਿਹੜਾ ਇਹਨੇ ਦਕਸ਼ ਪੈਦਾ ਕੀਤਾ, ਤੇ ਅਦਿੱਤੀ ਆਪਣੇ ਅੰਗੂਠੇ ਚੋਂ ਪੈਦਾ ਕੀਤੀ। ਦੋਵਾਂ ਦਾ ਵਿਆਹ ਕਰ ਦਿੱਤਾ ਇਹਨਾਂ ਦਾ। ਜੇ ਤਾਂ ਦੋਵੇਂ ਭੈਣ ਭਾਈ ਨੇ ਉਹ, ਪਰ ਜਿਹੜੇ ਵਿਗਿਆਨਕ ਸੋਚ ਰੱਖਣ ਵਾਲੇ ਵਿਦਵਾਨ ਨੇ, ਉਹ ਕਹਿੰਦੇ ਨੇ ਉਹਨਾਂ ਜ਼ਮਾਨਿਆਂ 'ਚ ਹਾਲੇ ਭੈਣ ਭਾਈ ਦਾ ਰਿਸ਼ਤਾ ਉਸਰਿਆ ਨਹੀਂ ਸੀ। ਜੋ ਅੱਜ ਅਸੀਂ ਰਿਸ਼ਤੇ ਉਸਾਰੇ ਨੇ ਕਿ ਇਸ ਹੱਦ ਤੋਂ ਪਰੇ ਵਿਆਹ ਕਰਨਾ ਲੜਕੀ ਦਾ, ਐਦੂ ਨੇੜੇ ਦੇ ਰਿਸ਼ਤੇਦਾਰੀ 'ਚ ਵਿਆਹ ਨਹੀਂ ਕਰਨਾ, ਇਹ ਬਾਅਦ ਦੇ ਜਦੋਂ ਮਾਨਸਿਕ ਵਿਕਾਸ ਹੋਇਆ ਕਿ ਰਿਸ਼ਤੇਦਾਰੀਆਂ ਦੀ ਸਿਰਜਣਾ ਹੋਈ ਹੈ, ਉਦੋਂ ਤਾਂ ਇਹ ਪਾਬੰਦੀਆਂ ਲਾ ਲਈਆਂ ਕਿ ਐਦੂ ਹੱਦ ਤੋਂ ਬਾਹਰ ਲੜਕੀ ਦਾ ਵਿਆਹ ਕਰਨਾ। ਤੇ ਜਦੋਂ ਦੇ ਵੇਦ ਲਿਖੇ ਹੋਏ ਨੇ, ਉਦੋਂ ਹਲੇ ਭੈਣ ਭਾਈ ਆਦਿਕ ਦਾ ਰਿਸ਼ਤਾ ਪ੍ਰਫੁੱਲਤ ਨਹੀਂ ਹੋਇਆ ਸੀ। ਭੈਣਾਂ ਨਾਲ ਵੀ ਲੋਕੀ ਵਿਆਹ ਕਰਾਉਂਦੇ ਸਨ, ਜਿਵੇਂ ਕਿ ਪਸ਼ੂਆਂ ਦੇ ਵਿੱਚ ਅੱਜ ਤੱਕ ਵੀ ਉਹੀ ਸੁਭਾਅ ਚੱਲਿਆ ਆ ਰਿਹਾ। ਉਹਨਾਂ ਨੂੰ ਨਹੀਂ ਪਤਾ ਕਿ ਭੈਣ ਭਾਈ ਕੋਈ ਰਿਸ਼ਤਾ ਹੁੰਦਾ ਹੈ। ਖੈਰ, ਤਾਂ ਇਹਨਾਂ ਦੇ ਖਿਆਲ ਦੇ ਮੁਤਾਬਕ ਕਹਿੰਦੇ ਜੀ ਉਹ ਤਾਂ ਅੰਗੂਠੇ ਚੋਂ ਪੈਦਾ ਹੋਈ ਸੀ ਅਦਿੱਤੀ। ਤੇ ਅੱਗੋਂ ਜਿਹੜਾ ਦਕਸ਼ ਅਤੇ ਅਦਿੱਤੀ ਤੋਂ ਕਿਤੇ ਲਿਖਿਆ 10 ਲੜਕੀਆਂ ਪੈਦਾ ਹੋਈਆਂ, ਕਿਤੇ ਲਿਖਿਆ 20 ਲੜਕੀਆਂ ਪੈਦਾ ਹੋਈਆਂ, ਤੇ ਇੱਕ ਪੁਸਤਕ ਦੇ ਵਿੱਚ 50 ਲੜਕੀਆਂ ਪੈਦਾ ਹੋਣੀਆਂ ਵੀ ਲਿਖੀਆਂ ਹੋਈਆਂ ਨੇ। ਤੇ ਉਹਨੇ ਫਿਰ ਲੜਕੀਆਂ ਵੀ ਜਿਵੇਂ ਆਪਾਂ ਅੰਨ ਦਾਣਾ ਵੰਡਦੇ ਆ, ਕਿਸੇ ਦੇਵਤੇ ਨੂੰ 10 ਦੇਤੀਆਂ, ਕਿਸੇ ਨੂੰ 15 ਦੇ ਦਿੱਤੀਆਂ, ਕਿਸੇ ਨੂੰ 20 ਦੇਤੀਆਂ, ਆਪਣੀਆਂ 50 ਲੜਕੀਆਂ ਐਂ ਸਮਾ ਦਿੱਤੀਆਂ ਸਾਰਿਆਂ ਨੂੰ। ਇਹ ਸਾਰਾ ਕੁਝ ਪੁਰਾਤਨ ਗ੍ਰੰਥਾਂ 'ਚ, ਹਿੰਦੂ ਮਿਥਿਹਾਸ ਕੋਸ਼ 'ਚ ਇਹ ਸਾਰੇ ਕਿਤੇ ਲਿਖਿਆ ਪਿਆ। ਹਿੰਦੂ ਮਿਥਿਹਾਸ ਕੋਸ਼ ਜੌਨ ਡੋਸਨ, ਇੱਕ ਅੰਗਰੇਜ਼ ਦਾ, ਇੰਗਲਿਸ਼ ਦੇ ਵਿੱਚ ਅਨੁਵਾਦ ਕੀਤਾ ਹੋਇਆ, ਤੇ ਅੱਜ ਕੱਲ ਉਹ ਪੰਜਾਬੀ ਦੇ ਵਿੱਚ ਅਨੁਵਾਦ ਹੋ ਕੇ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਛਪਦਾ ਆ ਰਿਹਾ। ਜਿਹਨੂੰ ਲੋੜ ਹੋਵੇ, ਪੜ੍ਹਨਾ ਚਾਹੇ ਤਾਂ ਉਹਨੂੰ ਪੜ੍ਹ ਸਕਦਾ, ਉਹਦੇ ਵੀ ਸਾਰਾ ਕੁਝ ਇਹ ਮੌਜੂਦ ਹੈ। ਇਸੇ ਤਰ੍ਹਾਂ ਅੱਗੋਂ ਇਹਨਾਂ ਦੇ ਵਿੱਚੋਂ ਹੀ ਜਿਹੜੀਆਂ ਇਹ ਦਕਸ਼ ਦੀਆਂ ਲੜਕੀਆਂ ਸੀ, ਉਹ ਵੱਖਰੇ ਦੇਵੀ ਦੇਵਤਿਆਂ ਨੂੰ ਦੇ ਦਿੱਤੀਆਂ ਗਈਆਂ। ਇਹਨਾਂ ਦਕਸ਼ ਦੀਆਂ ਬੇਟੀਆਂ ਤੋਂ ਅੱਗੇ ਜੀਵ ਜੰਤੂ ਪੈਦਾ ਹੋਏ, ਲਿਖਿਆ ਹੋਇਆ, ਭਾਵ ਕਿ ਪਸ਼ੂ ਪੰਛੀ ਵੀ ਔਰਤ ਦੇ ਗਰਭ ਤੋਂ ਜਨਮ ਲੈ ਰਹੇ ਨੇ। ਰੁੱਖ ਬਿਰਖ ਵੀ ਔਰਤ ਤੋਂ ਜਨਮ ਲੈ ਰਹੇ ਦੱਸਿਆ ਹੋਇਆ ਇਹਨਾਂ ਨੇ। ਪਾਣੀ ਦੇ ਜੀਵ, ਮੱਛੀਆਂ, ਕੱਛੂ ਕੁੰਮੇ, ਡੱਡੂ ਆਦਿਕ ਵੀ, ਉਹ ਵੀ ਸਾਰੇ ਔਰਤਾਂ ਦੇ ਪੇਟ ਤੋਂ ਜਨਮ ਲੈਂਦੇ, ਲਿਖਿਆ ਪਿਆ। ਇਹਦਾ ਮਤਲਬ ਹੈ ਇਹ ਬਹੁਤ ਪਛੜੀ ਹੋਈ ਸਭਿਅਤਾ ਦੇ ਸਮੇਂ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ, ਜਦੋਂ ਹਾਲੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਸਾਰਾ ਕੋਈ ਸਿਲਸਿਲਾ ਕਿਵੇਂ ਚੱਲਦਾ ਹੈ। ਇਸਨੇ ਅੱਗੋਂ ਦਕਸ਼ ਨੇ ਆਪਣੀਆਂ 27 ਧੀਆਂ ਕਹਿੰਦੇ ਚੰਦਰਮਾ ਨੂੰ ਦੇ ਦਿੱਤੀਆਂ। ਹੁਣ ਇਹ ਜਿਹੜਾ ਚੰਦਰਮਾ ਉੱਪਰ ਪੂਜਿਆ ਜਾ ਰਿਹਾ, ਇਹ ਕਹਿੰਦੇ ਨੇ ਉਸ ਜ਼ਮਾਨੇ 'ਚ ਇਹ ਦੇਵਤਾ ਹੁੰਦਾ ਸੀ। ਹੁਣ ਕਮਾਲ ਹੈ, ਉਦੋਂ ਤਾਂ ਇਹ ਦੇਵਤਾ ਸੀ, ਇਨਸਾਨ ਬਣ ਕੇ ਧਰਤੀ ਤੇ ਵਿਚਰਦਾ ਸੀ, ਤੇ ਮਗਰੋਂ ਉਡਾਰੀ ਮਾਰ ਕੇ ਉੱਪਰ ਆਕਾਸ਼ ਦੇ ਵਿੱਚ ਜਾ ਖੜਿਆ। 27 ਲੜਕੀਆਂ ਇਹਨੂੰ ਦੇ ਦਿੱਤੀਆਂ। ਤੇ ਇਸੇ ਤਰ੍ਹਾਂ ਜੋ ਸਭ ਤੋਂ ਸੋਹਣੀ ਬੇਟੀ ਸੀ ਦਕਸ਼ ਦੀ, ਉਹਨੇ ਆਪਣੀ ਇੱਕ ਬੇਟੀ ਉਹ ਬ੍ਰਹਮਾ ਨੂੰ ਦੇ ਦਿੱਤੀ। ਕਮਾਲ ਦੀ ਗੱਲ ਹੈ ਕਿ ਆਪਣਾ ਉਹਨੂੰ ਪਿਤਾ ਕਹਿ ਲੋ ਜਾਂ ਆਪਣਾ ਸਹੁਰਾ ਕਹਿ ਲੋ, ਕੁਝ ਵੀ ਕਹਿ ਲੋ, ਕਿਉਂਕਿ ਬ੍ਰਹਮਾ ਦੇ ਖੱਬੇ ਅੰਗੂਠੇ ਚੋਂ ਲੜਕੀ ਪੈਦਾ ਹੋਈ, ਉਹਦੀ ਧੀ ਹੋ ਗਈ। ਇਸ ਪੱਖ ਤੋਂ ਤਾਂ ਦਕਸ਼ ਰਿਸ਼ੀ ਜਿਹੜਾ ਉਹ ਬ੍ਰਹਮਾ ਉਹਦਾ ਸਹੁਰਾ ਲੱਗਦਾ ਸੀ। ਤੇ ਜੇ ਉਹਦਾ ਉਧਰੋਂ ਲੜਕਾ ਹੈ ਉਹ, ਤੇ ਉਧਰੋਂ ਉਹਦਾ ਪਿਤਾ ਹੈ ਉਹ, ਆਪਣੀ ਪਿਤਾ ਨੂੰ ਜਾਂ ਆਪਣੇ ਸਹੁਰੇ ਨੂੰ ਵੀ ਆਪਣੀ ਸਭ ਤੋਂ ਸੁੰਦਰ ਕੰਨਿਆ ਦਕਸ਼ ਰਿਸ਼ੀ ਨੇ ਦੇ ਦਿੱਤੀ ਵੀ ਇਹ ਤੇਰੀ ਆਪਣੀ ਪਤਨੀ ਹੈ, ਤੂੰ ਉਹਨੂੰ ਪਤਨੀ ਬਣਾ ਲੈ। ਉਹਨੇ ਪਤਨੀ ਬਣਾ ਲਈ। ਤੇ ਅੱਗੋਂ ਇਸ ਪਾਪ ਕਰਮ ਨੂੰ ਕਹਿੰਦੇ ਸ਼ਿਵ ਜੀ ਫਿਰ ਸਹਾਰ ਨਹੀਂ ਸਕਿਆ, ਤੂੰ ਇਹ ਗਲਤ ਕਰ ਰਿਹਾ ਹੈ, ਆਪਣੀ ਬੇਟੀ ਨਾਲ ਤੂੰ ਆਪਣਾ ਰਿਸ਼ਤਾ ਕਾਇਮ ਨਹੀਂ ਕਰ ਸਕਦਾ। ਤੇ ਬ੍ਰਹਮਾ ਨਾ ਹਟਿਆ, ਕਹਿੰਦੇ ਆ ਕੇ ਸ਼ਿਵ ਜੀ ਨੇ ਉਹਦਾ 5ਵਾਂ ਸਿਰ ਕੱਟ ਦਿੱਤਾ। ਇਹਨਾਂ ਦੀਆਂ ਕਹਾਣੀਆਂ ਦੇ ਮੁਤਾਬਕ ਜਦੋਂ 5ਵਾਂ ਸਿਰ ਕੱਟ ਦਿੱਤਾ ਤਾਂ ਹੁਣ ਬ੍ਰਹਮਾ ਨੂੰ ਲੱਗ ਗਿਆ ਪਾਪ, ਸ਼ਿਵ ਜੀ ਨੂੰ ਲੱਗ ਗਿਆ ਪਾਪ, ਤੇ ਸ਼ਿਵ ਜੀ ਦੇ ਹੱਥ ਦੇ ਨਾਲ ਹੀ ਕੱਟਿਆ ਹੋਇਆ ਸਿਰ ਚਿਪਕ ਗਿਆ। ਹਰਿਆਣੇ ਦੇ ਵਿੱਚ ਅੰਬਾਲੇ ਤੋਂ ਦਿੱਲੀ ਵਾਲੇ ਪਾਸੇ ਇੱਕ ਕਪਾਲ ਮੋਚਨ, ਇੱਕ ਛੋਟਾ ਜਿਹਾ ਕਸਬਾ ਹੈ, ਕਾਫੀ ਦਰਮਿਆਨਾ ਜਿਹਾ, ਉੱਥੇ ਇੱਕ ਸਰੋਵਰ ਬਣਿਆ ਹੋਇਆ। ਉਹ ਸਰੋਵਰ ਦੇ ਉੱਤੇ ਕਹਿੰਦੇ ਜੀ ਜਦੋਂ ਸ਼ਿਵ ਜੀ ਨੇ ਆ ਕੇ ਇਸ਼ਨਾਨ ਕੀਤਾ, ਉਸ ਪਵਿੱਤਰ ਸਰੋਵਰ ਦੀ ਪਵਿੱਤਰਤਾ ਦੇ ਨਾਲ ਹੱਥ ਨਾਲ ਚਿਪਕਿਆ ਹੋਇਆ ਬ੍ਰਹਮਾ ਦਾ ਸਿਰ ਉਹ ਹੱਥ ਨਾਲੋਂ ਉਤਰ ਗਿਆ। ਕਪਾਲ ਮੈਨੇ ਸਿਰ, ਮੋਚਨ ਮੈਨੇ ਉਤਰਨਾ। ਕਹਿੰਦੇ ਜੀ ਉੱਥੇ ਉਹ ਸਿਰ ਵੱਖ ਹੋਇਆ, ਉੱਥੇ ਸ਼ਿਵ ਜੀ ਦਾ ਪਾਪ ਉਤਰਿਆ। ਇਹ ਕਹਾਣੀਆਂ ਇਹੋ ਜਿਹੀਆਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਬਣਦਾ, ਉਹ ਵੀ ਲਿਖੀਆਂ ਪਈਆਂ ਨੇ। ਤੋ ਹੁਣ ਜਦੋਂ ਸਾਡੀ ਸਟੇਜ ਤੇ ਕੋਈ ਆ ਕੇ ਸਾਧ ਬਾਬਾ ਕਥਾ ਸੁਣਾਉਂਦਾ ਤੇ ਮੁੜ ਮੁੜ ਕੇ ਆਮ ਤੌਰ ਤੇ ਇਹਨਾਂ ਦੀ ਕਥਾ ਸੁਣਾਉਂਦਾ ਜਿਨ੍ਹਾਂ ਦਾ ਕੋਈ ਕਿਤੇ ਸਿਰਾ ਨਹੀਂ ਲੱਭਦਾ ਸਾਨੂੰ। ਇਹ ਪੁਰਾਣਿਕ ਕਥਾਵਾਂ ਨੇ, ਕੇਵਲ ਰੌਚਕਤਾ ਤਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਬੱਚਿਆਂ ਵਾਲੀਆਂ ਪਰੀ ਕਹਾਣੀਆਂ, ਕਿਉਂਕਿ ਪਰੀ ਕਹਾਣੀਆਂ 'ਚ ਬੱਚੇ ਦੀ ਸਮਝ ਨਹੀਂ ਹੁੰਦੀ, ਉਹਨੂੰ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਹੁੰਦਾ ਹੋਣਾ, ਪਰ ਅਸੀਂ ਕੋਈ ਬੱਚੇ ਨਹੀਂ ਹਾਂ ਸਾਰੇ।
ਹੁਣ ਸਾਡਾ ਮਾਨਸਿਕ ਵਿਕਾਸ ਵੀ ਹੋ ਚੁੱਕਿਆ, ਅਸੀਂ ਬੜੇ ਅਗਾਂਹ ਵਧੂ ਯੁੱਗ 'ਚ ਪਹੁੰਚ ਚੁੱਕੇ ਹਾਂ, ਸਾਡੀਆਂ ਪੜ੍ਹਾਈਆਂ ਲਿਖਾਈਆਂ ਵੀ ਹੋ ਚੁੱਕੀਆਂ ਨੇ, ਪਰ ਅੱਜ ਤੱਕ ਸਾਡੀਆਂ ਬਹੁਤੀਆਂ ਸਟੇਜਾਂ ਤੇ ਬਹੁਤੇ ਪ੍ਰਚਾਰਕ ਇਹਨਾਂ ਨੂੰ ਮਾਨਤਾ ਦੇ ਢੰਗ ਨਾਲ ਕਿ ਮੰਨੋ ਇਹਨਾਂ ਨੂੰ ਇਹ ਦੇਵਤੇ ਬਹੁਤ ਵੱਡੇ ਸਨ, ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਕਹਾਣੀਆਂ ਸੁਣਾ ਰਹੇ ਨੇ। ਤੇ ਗੁਰੂ ਸਾਹਿਬ ਤਾਂ ਵੇਦਾਂ ਬਾਰੇ ਸਾਫ਼ ਕਹਿੰਦੇ ਨੇ, ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ। ਇਹ ਇਹੋ ਜਿਹੀਆਂ ਬਣਾਵਟੀ ਕਹਾਣੀਆਂ ਵੇਦਾਂ ਦੇ ਵਿੱਚੋਂ ਆਈਆਂ ਨੇ, ਉਹਨਾਂ ਦੇ ਵਿੱਚ ਬਹੁਤ ਕੁਝ ਲਿਖਿਆ ਪਿਆ, ਕਦੀ ਪਾਪ ਹੋ ਗਿਆ, ਕਦੀ ਪੁੰਨ ਹੋ ਗਿਆ, ਪਾਪ ਨੂੰ ਉਤਾਰਨ ਵਾਸਤੇ ਆਹ ਕਰੋ, ਜੇ ਆਹ ਕਰੋਗੇ ਤਾਂ ਪਾਪ ਲੱਗ ਜਾਊਗਾ। ਇਸੇ ਚੱਕਰ ਦੇ ਵਿੱਚ ਆਮ ਇਨਸਾਨਾਂ ਨੂੰ ਪਾਇਆ ਹੋਇਆ। ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਕਿਸੇ ਨੂੰ ਦਾਨ ਕਰ ਦਿੱਤਾ ਤੇ ਕਿਸੇ ਤੋਂ ਦਾਨ ਲੈ ਲਿਆ, ਦਾਨ ਦੇਣ ਨਾਲ ਪਾਪ ਉਤਰ ਗਿਆ, ਦਾਨ ਲੈਣ ਨਾਲ ਤੁਹਾਡਾ ਪਾਪ ਮੇਰੇ ਤੇ ਆ ਗਿਆ, ਮੈਂ ਸੰਭਾਲ ਲਿਆ। ਇਹ ਕਹਾਣੀਆਂ ਪਾ ਪਾ ਕੇ ਲੋਕਾਂ ਨੂੰ ਇਸ ਚੱਕਰ 'ਚ ਉਲਝਾਇਆ ਹੋਇਆ ਹੈ। ਤੇ ਤੁਸੀਂ ਨਰਕਾਂ 'ਚ ਜਾਓਗੇ, ਤੁਸੀਂ ਸੁਰਗਾਂ 'ਚ ਜਾਓਗੇ, ਤੁਹਾਡਾ ਦੁਬਾਰਾ ਅਵਤਾਰ ਹੋਵੇਗਾ। ਇਹ ਕਹਾਣੀਆਂ ਵੀ ਵੇਦਾਂ ਦੇ ਵਿੱਚ ਮੌਜੂਦ ਨੇ। ਤੇ ਫਿਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਭਵੈ ਸੰਸਾਰ, ਕੋਈ ਉੱਤਮ ਬਣਾ ਦਿੱਤਾ, ਕੋਈ ਮੱਧਮ ਬਣਾ ਦਿੱਤਾ, ਕੋਈ ਨੀਚ ਬਣਾ ਦਿੱਤਾ। ਇਹ ਸਾਰਾ ਕੁਝ ਸਿਲਸਿਲਾ ਵੇਦਾਂ ਦਾ ਦਿੱਤਾ ਹੋਇਆ ਹੈ। ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ। ਗੁਰੂ ਸਾਹਿਬ ਕਹਿੰਦੇ ਨੇ, ਜੇ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਹੈ, ਇਨਸਾਨਾਂ ਨੂੰ ਬਰਾਬਰ ਸਮਝਣਾ ਹੈ, ਮਾਨਸਿਕ ਵਿਕਾਸ ਕਰਨਾ ਹੈ ਤੇ ਅਕਲ ਦੀਆਂ ਗੱਲਾਂ ਸਿੱਖਣੀਆਂ ਨੇ, ਅੰਮ੍ਰਿਤ ਵਰਗੀ ਬਾਣੀ ਨੂੰ ਪੜ੍ਹ ਲਿਆ ਕਰੋ, ਉਹਦੇ ਚੋਂ ਤੁਹਾਨੂੰ ਕੁਝ ਨਹੀਂ ਲੱਭਣਾ ਹੈ। ਅੰਮ੍ਰਿਤ ਬਾਣੀ ਤਤ ਬਖਾਣੀ ਗਿਆਨ ਧਿਆਨ ਵਿੱਚ ਆਈ, ਤੁਹਾਡੇ ਗਿਆਨ 'ਚ ਵਾਧਾ ਕਰੇਗੀ, ਤੁਹਾਡਾ ਧਿਆਨ ਹੋਰਨਾਂ ਮੰਦੇ ਪਾਸਿਓਂ ਹਟ ਕੇ ਚੰਗੇ ਪਾਸੇ ਲਾਵੇਗੀ। ਇਹ ਗੱਲਾਂ ਸਾਨੂੰ ਨਹੀਂ ਸਮਝ ਆਈਆਂ ਜਾਂਦੀਆਂ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਇਹ ਗੁਰਮੁਖਾਂ ਨੇ ਉਚਾਰਨ ਕੀਤੀ ਹੈ, ਭਾਵ ਜਿਹਦਾ ਆਪਣੇ ਮੁਖ ਵੱਲ ਗੁਰੂ ਦਾ, ਆਪਣੇ ਗੁਰੂ ਵੱਲ ਮੂੰਹ ਹੈ। ਗੁਰਮੁਖ ਗੁਰੂ ਨੂੰ ਆਖਿਆ, ਜਿਹੜਾ ਗੁਰੂ ਦੀ ਗੱਲ ਮੰਨਦਾ ਉਹਨੂੰ ਵੀ ਆਖਿਆ ਕਿ ਤੂੰ ਵੀ ਨੇਕ ਹੈ, ਭਲਾ ਹੈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਆਪਣੀ ਸੁਰਤੀ ਜੋੜ ਕੇ ਮਾਨਸਿਕ ਵਿਕਾਸ ਕਰਕੇ ਇਹਨੂੰ ਸਮਝਣਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਵੇਦਾਂ ਨੂੰ ਪੜ੍ਹ ਕੇ ਬਾਰ-ਬਾਰ ਸਾਨੂੰ ਇਹ ਸਮਝਾਇਆ। ਤੇ ਸਤਿਗੁਰੂ ਤਾਂ ਇਥੋਂ ਤੱਕ ਕਹਿੰਦੇ ਨੇ, ਚਾਰੇ ਵੇਦ ਬ੍ਰਹਮੇ ਕੋ ਦੀਏ। ਕਿਹਾ ਜਾਂਦਾ ਹੈ ਹਿੰਦੂ ਪੁਰਾਣਿਕ ਗ੍ਰੰਥਾਂ ਦੇ ਮੁਤਾਬਕ ਕਿ ਚਾਰੇ ਵੇਦ ਬ੍ਰਹਮਾ ਨੂੰ ਦੇ ਦਿੱਤੇ। ਚਾਰੇ ਵੇਦ ਬ੍ਰਹਮੇ ਕੋ ਦੀਏ ਪੜ੍ਹ ਪੜ੍ਹ ਕਰੇ ਵਿਚਾਰੀ, ਤਾਂ ਕਾ ਹੁਕਮ ਨ ਬੂਝੈ ਬਪੜਾ ਨਰਕ ਸੁਰਗ ਅਵਤਾਰੀ। ਉਹਨੂੰ ਤੇ ਪਤਾ ਨਹੀਂ ਲੱਗਿਆ ਨਿਰੰਕਾਰ ਦਾ ਹੁਕਮ ਕੀ ਹੈ, ਉਹ ਤੇ ਨਰਕਾਂ ਸੁਰਗਾਂ ਦੇ ਚੱਕਰ 'ਚ ਹੀ ਪੈ ਕੇ ਰਹਿ ਗਿਆ। ਬ੍ਰਹਮੇ ਨੂੰ ਵੀ ਸਮਝ ਨਾ ਆਈ। ਹਿੰਦੂ ਪੁਰਾਣਿਕ ਕਿਤਾਬਾਂ ਨੇ ਤਾਂ ਕਿਹਾ ਕਿ ਬ੍ਰਹਮਾ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਪਰ ਗੁਰਬਾਣੀ ਨਹੀਂ ਮੰਨਦੀ ਇਸ ਗੱਲ ਨੂੰ, ਕਿਉਂਕਿ ਸ੍ਰਿਸ਼ਟੀ ਦਾ ਰਚੇਤਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਹਦਾ ਕੋਈ ਰੂਪ ਰੰਗ ਆਦਿਕ ਆਪਾਂ ਬਿਆਨ ਵੀ ਨਹੀਂ ਕਰ ਸਕਦੇ। ਉਹ ਅਦਿੱਖ ਮਹਾਨ ਸ਼ਕਤੀ ਹੈ ਕੋਈ, ਜਿਨ੍ਹਾਂ ਨੇ ਬ੍ਰਹਮਾ ਵੀ ਪੈਦਾ ਕੀਤਾ ਜੇ ਹੋਇਆ ਤਾਂ। ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਇਹ ਤਾਂ ਜੁਗਾਂ ਜੁਗਾਂ ਦੇ ਸਮੇਂ ਦੇ ਸਰਦਾਰ ਸੀ, ਚੌਧਰੀ ਸੀ, ਰਾਜੇ ਸੀ, ਤੇ ਲੋਕੀ ਇਹਨਾਂ ਨੂੰ ਅਵਤਾਰ ਬਣਾ ਕੇ, ਰੱਬ ਬਣਾ ਕੇ ਗਾਉਣ ਲੱਗ ਪਏ, ਪੂਜਾ ਕਰਨ ਲੱਗ ਪਏ ਤੇ ਇਹਨਾਂ ਦੀ ਪ੍ਰਸ਼ੰਸਾ ਦੇ ਝਾਂਜਰਾਂ ਬੰਨ੍ਹ ਕੇ ਗੀਤ ਗਾਉਣ ਲੱਗ ਪਏ। ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ, ਤਿੰਨ ਭੀ ਅੰਤ ਨਾ ਪਾਇਆ ਤਾਂ ਕਾ ਕਿਆ ਕਰ ਆਖ ਵਿਚਾਰੀ। ਇਹਨਾਂ ਨੇ ਵੀ ਰੱਬ ਜੀ ਦਾ ਕੋਈ ਅੰਤ ਨਹੀਂ ਪਾਇਆ। ਇਹ ਵਿਚਾਰੇ ਕੀ ਦੱਸਣਗੇ ਰੱਬ ਬਾਰੇ, ਇਹਨੂੰ ਤੇ ਆਪ ਪਤਾ ਕੋਈ ਨਹੀਂ ਸੀ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਨਾਲ ਕੁਟੰਬ, ਨਾਲ ਦਾ ਮਤਲਬ ਹੁੰਦਾ ਹੈ ਇੱਕ ਨਾਲੀ। ਇਹ ਕਹਿੰਦੇ ਨੇ ਕਮਲ ਫੁੱਲ ਦੀ ਨਾਲੀ ਦੇ ਵਿੱਚੋਂ ਬ੍ਰਹਮਾ ਪੈਦਾ ਹੋਇਆ ਸੀ। ਤੇ ਇਹਨਾਂ ਦੇ ਕਹਿਣ ਦੇ ਮੁਤਾਬਕ, ਤੇ ਬ੍ਰਹਮੇ ਦੇ ਮਨ 'ਚ ਇੱਕ ਦਿਨ ਖਿਆਲ ਆਇਆ ਕਿ ਇਹ ਜਿਹੜੀ ਕਮਲ ਫੁੱਲ ਦੀ ਜੜ ਹੈ, ਨਾਲੀ ਹੈ, ਇਹ ਕਿੰਨੀ ਕੁ ਡੂੰਘੀ ਹੈ, ਮੈਂ ਵੇਖ ਕੇ ਆਵਾਂ। ਕਹਿੰਦੇ ਵਿੱਚ ਉਤਰ ਗਿਆ, ਹੰਕਾਰ ਹੋ ਗਿਆ ਕਿ ਮੈਂ ਇਹਦਾ ਅੰਤ ਪਾ ਸਕਦਾ। ਥੱਲੇ ਉਤਰਦਾ ਗਿਆ, ਕਹਿੰਦੇ ਵਿੱਚ ਹੀ ਗਰਕ ਹੋ ਗਿਆ, ਲੱਭੇ ਨਹੀਂ ਹੈ ਮੁੜ ਕੇ। ਉਹ ਇੰਨਾ ਵੱਡਾ ਉਹ ਨਾਲੀ ਦਾ ਡੂੰਘਾਈ ਸੀ। ਤੇ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ, ਅੱਗਾ ਅੰਤ ਨਾ ਪਾਇਓ ਤਾਂਕਾ ਕੰਸ ਛੇਦ ਕਿਆ ਵੱਡਾ ਭਇਆ। ਤੇ ਕਹਿੰਦੇ ਨੇ ਵਿਸ਼ਨੂੰ ਆਦਿਕ ਇੱਥੇ ਕਮਲ ਫੁੱਲ ਦੇ ਉੱਤੇ ਬੈਠਦਾ ਹੈ ਤੇ ਕਮਲ ਦੀ ਨਾਲੀ ਦੇ ਵਿੱਚੋਂ ਬ੍ਰਹਮਾ ਨਿਕਲਿਆ। ਅਜੀਬ ਕਹਾਣੀਆਂ ਨੇ। ਉਧਰੋਂ ਵਿਸ਼ਨੂੰ ਨੇ ਕ੍ਰਿਸ਼ਨ ਦਾ ਅਵਤਾਰ ਧਾਰ ਕੇ ਕੰਸ ਨੂੰ ਮਾਰ ਦਿੱਤਾ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਤੁਸੀਂ ਜਿਹਨੇ ਕੰਸ ਮਾਰ ਦਿੱਤਾ ਉਹਨੂੰ ਰੱਬ ਮੰਨੀ ਬੈਠੇ ਹੋ। ਉਹ ਭਾਈ, ਉਹ ਤਾਂ ਹਜ਼ਾਰਾਂ ਨੂੰ ਲੱਖਾਂ ਨੂੰ ਪੈਦਾ ਕਰਨ ਵਾਲਾ ਹੈ, ਹਜ਼ਾਰਾਂ ਲੱਖਾਂ ਨੂੰ ਖਤਮ ਕਰ ਸਕਦਾ ਹੈ। ਰੱਬ ਇਦੋਂ ਬਹੁਤ ਵੱਡਾ ਹੈ। ਇੱਕ ਕੰਸ ਨੂੰ ਜਾਂ ਰਾਮ ਨੂੰ ਮਾਰਨ ਵਾਲਾ ਕੋਈ ਰੱਬ ਨਹੀਂ ਹੋਇਆ ਕਰਦਾ। ਅਸੀਂ ਉਹਨੂੰ ਰੱਬ ਮੰਨਣ ਨੂੰ ਤਿਆਰ ਨਹੀਂ ਹਾਂ। ਤੇ ਇੱਥੇ ਬ੍ਰਹਮੇ ਗਰਭ ਕੀਆ ਨਹੀਂ ਜਾਣਿਆ। ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਤੇ ਸ੍ਰਿਸ਼ਟੀ ਦਾ ਅੰਤ ਪਾ ਸਕਦਾ।
ਇਹ ਜਿਹੜੀ ਨਾਲੀ ਹੈ ਕਮਲ ਪੁੱਲ ਦੀ, ਇਹਦੇ ਵਿੱਚੋਂ ਸ੍ਰਿਸ਼ਟੀ ਪੈਦਾ ਹੋਈ ਹੈ, ਮੈਂ ਥੱਲੇ ਉਤਰ ਜਾਣਾ। ਕਹਿੰਦੇ ਥੱਲੇ ਉਤਰ ਗਿਆ ਤੇ ਲੱਭਣਾ ਲਭਾਉਣਾ ਕੀ ਸੀ। ਖੈਰ ਸਤਿਗੁਰੂ ਕਿਰਪਾ ਕਰੇ ਇਹਨਾਂ ਕਹਾਣੀਆਂ 'ਚ ਕੋਈ ਤੱਤ ਗੁਰਮਤ ਜਾਂ ਇਨਸਾਨੀਅਤ ਦੇ ਭਲੇ ਵਾਸਤੇ ਕੋਈ ਡੂੰਘੀ ਗੱਲ ਨਹੀਂ ਹੈ, ਉਲਝੇਵਾਂ ਬਹੁਤ ਹੈ। ਕੋਈ ਇੱਧਰੋਂ ਪਕੜੀ ਇੱਧਰੋਂ। ਬੱਚਿਆਂ ਨੂੰ ਜਿਵੇਂ ਆਪਾਂ ਕਹਿ ਦਈਏ ਕਿ ਆਹ ਤੇਰਾ ਘੋੜਾ ਹੈ, ਜਿਵੇਂ ਬੱਚਾ ਕਲਪਨਾ ਦੇ ਵਿੱਚ ਸੋਟੀ ਲੈ ਲੈਂਦਾ ਤੇ ਉਹ ਕਹਿੰਦਾ ਮੇਰੀ ਇਹ ਬੰਦੂਕ ਹੈ, ਮੋਢੇ ਰੱਖ ਲਈ, ਬੰਦੂਕ ਬਣਾ ਲਈ। ਥੋੜੀ ਦੇਰ ਪਿੱਛੋਂ ਉਹਨੂੰ ਆਪਣਾ ਦੋਵੇਂ ਲੱਤਾਂ ਦੇ ਵਿਚਾਲੇ ਲੈ ਕੇ ਦੌੜ ਪਿਆ, ਫਿਰ ਸਾਰਿਆਂ ਨੂੰ ਕਹਿੰਦਾ ਮੇਰਾ ਘੋੜਾ ਹੈ, ਕਿੰਨਾ ਸੋਹਣਾ ਦੌੜਦਾ ਹੈ। ਤੇ ਉਸੇ ਸੋਟੀ ਨੂੰ ਫਿਰ ਪਾਸੇ ਰੱਖ ਦਿੰਦਾ ਤੇ ਫਿਰ ਉਹ ਸੋਟੀ ਬਣ ਜਾਂਦੀ ਹੈ। ਕਲਪਨਾ ਦੇ ਵਿੱਚ ਬੱਚਾ ਬਹੁਤ ਕੁਝ ਕਰਦਾ ਹੈ, ਉਹਨੂੰ ਆਪਾਂ ਹੱਸ ਕੇ ਟਾਲ ਦਿੰਦੇ ਹਾਂ ਕਿ ਹਾਲੀ ਇਹਦੀ ਬੁੱਧੀ ਇੰਨੀ ਕੁ ਹੈ, ਖੇਡ ਰਿਹਾ, ਖੇਡਣ ਦਿਓ। ਮਾਨੋ ਇਸੇ ਤਰ੍ਹਾਂ ਉਸ ਜ਼ਮਾਨੇ ਦੀਆਂ ਇਹ ਕਿਤਾਬਾਂ, ਇਹ ਕਹਾਣੀਆਂ ਲਿਖਣ ਵਾਲੇ ਹਾਲੇ ਬੱਚੇ ਵਾਲੀ ਮਾਨਸਿਕ ਅਵਸਥਾ ਦੇ ਵਿੱਚੋਂ ਦੀ ਲੰਘ ਰਹੇ ਸਨ। ਉਹਨਾਂ ਨੇ ਇਹ ਗੱਲਾਂ ਲਿਖ ਦਿੱਤੀਆਂ। ਸਾਡੇ ਸਾਧ ਬਾਬੇ ਉਹਨਾਂ ਨੇ ਸੰਗਤ ਨੂੰ ਇਸ ਲੈਵਲ ਦੀ ਖੜਾਇਆ ਹੋਇਆ ਤੇ ਇਹੋ ਹੀ ਕਹਾਣੀਆਂ ਸਟੇਜਾਂ ਤੇ ਪਾਈ ਜਾਂਦੀਆਂ ਨੇ। ਕਿੰਨੇ ਮਹਾਨ ਸੀ ਭਾਈ, ਕਿੰਨੀ ਕਰਾਮਾਤ ਕੀਤੀ ਉਹਨੇ ਤੇ ਬੜੇ ਪਰਉਪਕਾਰ ਕੀਤੇ, ਇਹੋ ਹੀ ਕਹਾਣੀਆਂ ਸਾਨੂੰ ਸਾਰਾ ਦਿਨ ਮਿਲਦੀਆਂ ਨੇ। ਖੈਰ ਸਤਿਗੁਰੂ ਕਿਰਪਾ ਕਰੇ। ਇਸੇ ਤਰ੍ਹਾਂ ਅੱਗੇ ਆਪਾਂ ਦੇਖਦੇ ਹਾਂ ਕਿ ਗੁਰੂ ਸਾਹਿਬ ਕਹਿ ਰਹੇ ਨੇ ਬਰਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਵਿਪਤ ਪੜੀ ਪਛਤਾਨਿਆ। ਵੇਦਾਂ ਨੂੰ ਵੀ ਵਿਪਤਾ ਪਏਗੀ, ਭਾਵ ਕਿ ਰਾਖਸ਼ ਲੋਕ ਵੇਦਾਂ ਨੂੰ ਚੁੱਕ ਕੇ ਲੈ ਗਏ। ਇੱਕ ਵਾਰੀ ਬੜੀ ਦੁਖਦਾਈ ਘਟਨਾ ਮੇਰੇ ਨਾਲ ਵਾਪਰੀ। ਮੈਂ ਚਲਾ ਗਿਆ ਬਠਿੰਡੇ ਮਿਲਟਰੀ ਕੈਂਪ ਦੇ ਵਿੱਚ ਫੌਜੀਆਂ ਨੂੰ ਸੰਬੋਧਨ ਕਰਨ ਵਾਸਤੇ, ਕਥਾ ਵਾਸਤੇ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਮੈਨੂੰ ਬੁਲਾ ਕੇ ਲੈ ਗਏ, ਬਹੁਤ ਸਾਲਾਂ ਦੀ ਗੱਲ ਹੈ। ਹੁਣ ਜੋਸ਼ੀਲਾ ਸਮਾਂ ਸੀ ਮੇਰਾ, ਉਮਰ ਦੀ ਅੱਜ ਤੋਂ 30-32 ਸਾਲ ਪਹਿਲਾਂ ਦੀ ਗੱਲ ਹੈ। ਤੇ ਸਟੱਡੀ ਵੀ ਇਸ ਕਿਸਮ ਦੀ ਹੈ ਕਿ ਦੂਜੇ ਦੀ ਕਾਟ ਕਰਨੀ ਹੈ, ਕਰਾਰੀਆਂ ਗੱਲਾਂ ਕਹਿ ਦੇਣੀਆਂ ਨੇ। ਮੈਂ ਚਲਾ ਗਿਆ ਉੱਥੇ, ਮੈਂ ਸਟੇਜ ਤੇ ਗੁਰੂ ਨਾਨਕ ਸਾਹਿਬ ਬਾਰੇ ਜੋ ਕੋਈ ਦੱਸ ਸਕਦਾ ਸੀ ਉਹ ਬੋਲ ਦਿੱਤਾ। ਤੇ ਹੁਣ ਮਿਲਟਰੀ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਏਕਤਾ ਦਾ ਖਿਆਲ ਜ਼ਿਆਦਾ ਰੱਖਿਆ ਜਾਂਦਾ ਹੈ। ਤੇ ਉਹਨਾਂ ਨੇ ਮੇਰੇ ਤੋਂ ਮਗਰੋਂ ਜਿਹੜਾ ਮੰਦਿਰ ਦਾ ਪੁਜਾਰੀ ਸੀ ਉਹਨੂੰ ਵੀ ਟਾਈਮ ਦੇ ਦਿੱਤਾ। ਮੰਦਿਰ ਦੇ ਪੁਜਾਰੀ ਨੇ ਰਵਾਇਤੀ ਗੱਲਾਂ ਉਹੀ ਕਹਿ ਦਿੱਤੀਆਂ ਕਿ ਸਾਰੇ ਦੇਵੀ ਦੇਵਤੇ, ਗੁਰੂ, ਪੀਰ, ਅਵਤਾਰ, ਮਹਾਂਪੁਰਖ ਇਹ ਸਾਰੇ ਇੱਕੋ ਹੀ ਹੁੰਦੇ ਨੇ, ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ, ਸਾਰੇ ਮਹਾਂਪੁਰਖ ਇੱਕੋ ਜਿਹੇ ਹੁੰਦੇ ਨੇ, ਕਿਸੇ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ। ਇਹ ਸਾਰੇ ਹੀ ਪਰਮਾਤਮਾ ਦੇ ਪੈਦਾ ਕੀਤੇ ਇੱਕੋ ਜਿਹੇ ਨੇ ਸਾਰੇ ਗੁਰੂ, ਪੀਰ, ਅਵਤਾਰ। ਤੇ ਜਦੋਂ ਉਹ ਆਪਣੀਆਂ 10 ਮਿੰਟਾਂ ਦੇ ਵਿੱਚ ਗੱਲਾਂ ਕਰਕੇ ਹਟ ਗਿਆ, ਮੈਂ ਸੈਕਟਰੀ ਨੂੰ ਫਿਰ ਆਖਿਆ ਕਿ 2 ਮਿੰਟ ਹੋਰ ਦੇ ਦਿਓ। ਕਹਿਣ ਲੱਗਿਆ ਜੀ ਕੋਈ ਵਿਰੁੱਧ ਨਾ ਬੋਲਿਓ ਕਿਸੇ ਦੇ, 2 ਮਿੰਟ ਲੈ ਲਓ। ਮੈਂ ਤਾਂ ਧੰਨਵਾਦ ਹੀ ਕਰਨਾ ਸਾਰਿਆਂ ਦਾ, ਹੋਰ ਮੈਂ ਕੁਝ ਨਹੀਂ ਕਹਿਣਾ ਹੈ। ਤੇ ਮੈਂ 2 ਮਿੰਟ ਲੈ ਕੇ ਉਹਨੂੰ ਪੰਡਿਤ ਜੀ ਨੂੰ ਇਹੀ ਬੇਨਤੀ ਕੀਤੀ ਕਿ ਪੰਡਿਤ ਜੀ ਤੁਸੀਂ ਕਹਿੰਦੇ ਹੋ ਦੇਵੀ ਦੇਵਤੇ ਅਵਤਾਰ ਆਦਿਕ ਸਾਰੇ ਇੱਕੋ ਜਿਹੇ ਹੁੰਦੇ ਨੇ, ਮੈਂ ਇਹ ਪੁੱਛਣਾ ਚਾਹੁੰਦਾ ਦੇਵੀ ਦੇਵਤਿਆਂ ਦੇ ਵਿੱਚੋਂ ਜਿਹੜੇ 24 ਅਵਤਾਰ ਨੇ ਉਹਨਾਂ ਦੇ ਵਿੱਚ ਇੱਕ ਅਵਤਾਰ ਕੱਛੂ ਕੁੰਮਾ ਵੀ ਅਵਤਾਰ ਹੈ, ਇੱਕ ਮੱਛ ਵੀ ਅਵਤਾਰ ਹੈ, ਤੇ ਇੱਕ ਵਰਾਹ ਵੀ ਅਵਤਾਰ ਹੈ। ਵਰਾਹ ਕਹਿੰਦੇ ਨੇ ਸੂਰ ਨੂੰ, ਇੱਕ ਸੂਰ ਵੀ ਅਵਤਾਰ ਹੈ। ਹੁਣ ਤੁਸੀਂ ਕਹਿ ਰਹੇ ਹੋ ਅਵਤਾਰ ਅਤੇ ਗੁਰੂ ਸਾਰੇ ਇੱਕੋ ਜਿਹੇ ਹੁੰਦੇ ਨੇ, ਕਿਰਪਾ ਕਰਕੇ ਸਾਡੇ ਗੁਰੂ ਨਾਨਕ ਨੂੰ ਮੱਛ ਦੇ, ਕੱਛੂ ਦੇ ਅਤੇ ਸੂਰ ਦੇ ਬਰਾਬਰ ਨਾ ਖਿਲਾਰ ਦਿਓ। ਸਾਡਾ ਗੁਰੂ ਸੂਰ ਵਰਗਾ ਨਹੀਂ ਹੈ। ਇਹ ਤੁਹਾਡੇ ਹੋਣਗੇ ਇਕਸਾਰ ਸਾਰੇ, ਸਾਡਾ ਗੁਰੂ ਨਾਨਕ ਸੱਚੇ ਪਾਤਸ਼ਾਹ ਸੂਰ ਦੇ ਬਰਾਬਰ ਖਲੋਣ ਨੂੰ ਤਿਆਰ ਨਹੀਂ। ਸੂਰ ਖਲੋਤਾ ਹੋਵੇ ਰੂੜੀ ਤੇ, ਗੰਦਗੀ ਖਾ ਰਿਹਾ ਹੋਵੇ, ਗੰਦਗੀ 'ਚ ਲਿਬੜਿਆ ਹੋਵੇ, ਤੂੰ ਉਹਨੂੰ ਨਮਸਕਾਰ ਕਰ ਲਈ, ਅਸੀਂ ਨਮਸਕਾਰ ਨਹੀਂ ਉਹਨੂੰ ਕਰਨੀ, ਸਾਡਾ ਗੁਰੂ ਨਹੀਂ ਹੈ ਉਹ। ਉੱਥੇ ਰੌਲਾ ਪੈ ਗਿਆ। ਉਹਨਾਂ ਨੇ ਫਟਾਫਟ ਇੱਕ ਬੰਦਾ ਸਿੰਘ ਆਇਆ, ਉਹਨੇ ਮੈਨੂੰ ਬਾਂਹ ਫੜ ਕੇ ਪਾਸੇ ਕਰ ਲਿਆ ਤੇ ਬਾਂਹ ਫੜ ਕੇ ਪਰੇ ਲੈ ਗਿਆ। ਕਹਿੰਦਾ ਗਿਆਨੀ ਜੀ ਮੇਰੇ ਮੋਟਰਸਾਈਕਲ ਤੇ ਬਹਿ ਜਾਓ ਫਟਾਫਟ। ਮੋਟਰਸਾਈਕਲ ਤੇ ਬਿਠਾਇਆ ਤੇ ਮੈਨੂੰ ਜਿੱਥੇ ਮੇਰੀ ਰਿਹਾਇਸ਼ ਸੀ ਬਠਿੰਡੇ ਉੱਥੇ ਦੌੜਾ ਕੇ ਛੱਡਿਆ ਆ। ਤੇ ਕਹਿੰਦਾ ਹੁਣ ਮੈਂ ਆਪੇ ਨਿਭਾਊਂਗਾ, ਕਿਉਂਕਿ ਮੈਂ ਗਲਤੀ ਕੀਤੀ ਸੀ, ਤੁਹਾਨੂੰ ਮੈਂ ਬੁਲਾਇਆ ਸੀ ਤੇ ਸਹੀ ਸਲਾਮਤ ਤੁਹਾਨੂੰ ਉੱਥੇ ਬਚਾਉਣਾ ਵੀ ਮੇਰਾ ਫਰਜ਼ ਸੀ। ਹੁਣ ਬਾਅਦ ਜਿਹੜਾ ਹੋਊਗਾ ਮੈਂ ਵੇਖੂੰਗਾ, ਹੁਣ ਉਹ ਸਾਰਾ ਕੁਝ ਮੈਨੂੰ ਝੱਲਣਾ ਪੈਣਾ। ਖੈਰ ਜਾਨ ਬਚੀ ਤੋਂ ਲਾਖੋਂ ਪਾਏ ਵਾਲੀ ਗੱਲ ਹੋ ਗਈ ਹੈ। ਤੋ ਇਸ ਤਰ੍ਹਾਂ ਦਾ ਸਾਰਾ ਦਿਨ ਹੀ ਇਹ ਸਾਡੇ ਸਟੇਜਾਂ ਤੇ, ਸਾਡੀਆਂ ਆਪਣੀਆਂ ਸਟੇਜਾਂ ਤੇ ਹੋ ਰਿਹਾ। ਸਾਨੂੰ ਖੁਦ ਨੂੰ ਨਹੀਂ ਪਤਾ ਕਿ ਸਾਰੇ ਦੇਵੀ ਦੇਵਤੇ ਇੱਕੋ ਹੁੰਦੇ ਨੇ, ਸਾਰੇ ਅਵਤਾਰ ਇੱਕੋ ਜਿਹੇ ਹੁੰਦੇ ਨੇ। ਇਸ ਮੂਰਖਤਾ ਭਰੀ ਜਿਹੜੀਆਂ ਗੱਲਾਂ ਬਾਤਾਂ ਨੇ, ਇਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰਾਂ ਨੂੰ ਕਿੱਥੇ ਘੱਟੇ ਰੋਲ ਰਹੇ ਹਾਂ ਅਸੀਂ? ਕੀ ਕਰ ਰਹੇ ਹਾਂ? ਇੱਕੋ ਜਿਹੇ ਕਿਵੇਂ ਹੁੰਦੇ ਨੇ? ਸਾਰੇ ਧਰਮ ਵੀ ਇੱਕੋ ਜਿਹੇ ਹੁੰਦੇ ਨੇ। ਜੇ ਸਾਰੇ ਧਰਮ ਇੱਕੋ ਜਿਹੇ ਹੁੰਦੇ ਨੇ ਤੇ ਮੁਸਲਮਾਨ ਗਊ ਖਾਂਦੇ ਨੇ ਤੇ ਤੁਸੀਂ ਵੀ ਖਾ ਲਿਆ ਕਰੋ ਜੀ, ਇੱਕੋ ਜਿਹੇ ਹੁੰਦੇ ਨੇ। ਤੇ ਇਸੇ ਤਰ੍ਹਾਂ ਈਸਾਈਆਂ ਵਾਸਤੇ ਕੋਈ ਵੀ ਚੀਜ਼ ਓਪਰੀ ਨਹੀਂ, ਉਹ ਸੂਰ ਵੀ ਅਤੇ ਗਊ ਵੀ ਦੋਵੇਂ ਚੀਜ਼ਾਂ ਖਾ ਲੈਂਦੇ ਨੇ। ਜੇ ਇੱਕੋ ਜਿਹੇ ਹੁੰਦੇ ਨੇ ਫਿਰ ਸਾਰਾ ਰਲ ਮਿਲ ਜਾਓ ਵਿੱਚ ਹੀ। ਇੱਕ ਪਾਸੇ ਤਾਂ ਕਹਿਣਾ ਕਿ ਸਾਡਾ ਧਰਮ ਮਹਾਨ ਹੈ, ਸਭ ਤੋਂ ਉੱਚਾ ਹੈ, ਤੇ ਸਟੇਜ ਤੇ ਜਾ ਕੇ ਕਹਿ ਦੇਣਾ ਸਾਰੇ ਇੱਕੋ ਜਿਹੇ ਹੁੰਦੇ ਨੇ। ਇਹ ਸਾਰਾ ਕੁਝ ਅਜਿਹੀਆਂ ਨੀਤੀਆਂ ਨੇ, ਅਜਿਹੀ ਬੋਲਚਾਲ ਹੈ ਜਿਹਦਾ ਕਿਤੇ ਕੋਈ ਸਿਰ ਪੈਰ ਨਹੀਂ ਆਪਾਂ ਨੂੰ ਲੱਭਦਾ। ਸਾਡੀਆਂ ਸਟੇਜਾਂ ਤੇ ਜਿੰਨਾ ਚਿਰ ਇਹ ਸਾਧ ਬਾਬਿਆਂ ਦਾ ਤੇ ਅਨਪੜ੍ਹ ਪ੍ਰਚਾਰਕਾਂ ਦਾ ਗਲਬਾ ਰਹੇਗਾ ਤੇ ਪੈਸੇ ਦੇ ਪੁੱਤ ਜਿਹੜੇ ਪ੍ਰਧਾਨ ਸਕੱਤਰ ਆਦਿਕ ਨੇ, ਕਮੇਟੀਆਂ ਨੇ, ਜਿੰਨਾ ਚਿਰ ਉਹ ਕੇਵਲ ਪੈਸੇ ਵੱਲ ਵੇਖਣਗੀਆਂ ਉਹਨਾਂ ਚਿਰ ਸੁਧਾਰ ਹੋਣ ਦਾ ਚਾਂਸ ਬਹੁਤ ਘੱਟ ਨੇ। ਕਿਉਂਕਿ ਹਰੇਕ ਬੰਦਾ ਇਹ ਦੇਖਦਾ ਕਿ ਫਲਾਣੇ ਬਾਬੇ ਦੇ ਆਉਣ ਨਾਲ
ਲੋਕੀ ਬਹੁਤੇ ਆਉਣਗੇ। ਮੈਂ ਸੰਗਤ ਨਹੀਂ ਜਾਣ ਕੇ ਕਹਿ ਰਿਹਾ, ਕਿਉਂਕਿ ਸੰਗਤ ਤਾਂ ਸਮਝਦੀ ਹੁੰਦੀ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ, ਸੰਗਤ ਤਾਂ ਜਾਣਦੀ ਹੈ ਕਿ ਬੁਲਾਰਾ ਕੀ ਕਹਿ ਰਿਹਾ। ਸੰਗਤ ਸੁਚੇਤ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹਦਾ ਮਤਲਬ ਹੈ ਪ੍ਰਭੂ ਨੇ, ਪ੍ਰਮਾਤਮਾ ਨੇ ਉਹਨਾਂ ਦਾ ਮਾਨਸਿਕ ਵਿਕਾਸ ਕਰ ਦਿੱਤਾ ਹੈ, ਸੰਗਤ ਬਣਾ ਦਿੱਤੀ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਜਿਹੜੇ ਨਾਮ ਨੂੰ ਸਮਝਣ ਵਾਲੇ ਨੇ ਨਾ, ਉਹ ਸੰਗਤ ਹੁੰਦੀ ਹੈ ਸੱਚਮੁੱਚ। ਪਰ ਜਿਹੜੇ ਬਾਬਿਆਂ ਦੀਆਂ ਗੱਲਾਂ ਨੂੰ ਬਹੁਤ ਵਧੀਆ ਮੰਨਦੇ ਨੇ, ਉਹ ਹਾਲੇ ਸੰਗਤ ਨਹੀਂ ਬਣੇ। ਉਹਨਾਂ ਦੀਆਂ ਨਜ਼ਰਾਂ 'ਚ ਤਾਂ ਸਾਰੇ ਗੁਰੂ ਪੀਰ ਅਵਤਾਰ ਸਾਰੇ ਇੱਕੋ ਹੀ ਹੁੰਦੇ ਹੋਣਗੇ, ਪਰ ਜਿਹੜੀ ਸੱਚਮੁੱਚ ਸੰਗਤ ਹੈ ਉਹਦੀ ਨਜ਼ਰ 'ਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਰਉਪਕਾਰ ਆਪਣੀ ਥਾਂ ਤੇ ਮਹੱਤਵਪੂਰਨ ਨੇ। ਜਿਨ੍ਹਾਂ ਨੂੰ ਕੁਝ ਹੋਰ ਪਿਆਰਾ ਲੱਗਦਾ ਹੈ ਉਹਦਾ ਮਸਲਾ ਹੈ, ਉਹਦੀ ਸਿਰਦਰਦੀ ਹੈ। ਤੇ ਅਸੀਂ ਘੱਟੋ ਘੱਟ ਗੁਰੂ ਨਾਨਕ ਨੂੰ ਵਰਾਹ ਅਵਤਾਰ, ਮੱਛ ਅਵਤਾਰ, ਕੱਛੂ ਕੁਮਾ ਅਵਤਾਰ ਉਹਦੇ ਬਰਾਬਰ ਖਿਲਾਉਣ ਨੂੰ ਬਿਲਕੁਲ ਤਿਆਰ ਨਹੀਂ। ਵੇਦ ਕੀ ਬਿਪਤ ਪੜੀ ਪਛਤਾਨਿਆ, ਵੇਦਾਂ ਨੂੰ ਕਹਿੰਦੇ ਰਾਖੇ ਚੁੱਕ ਕੇ ਲੈ ਗਏ। ਤੇ ਦੋਵਾਂ ਧਿਰਾਂ ਦੀ, ਬਰਮੇ ਦੀ ਤੇ ਰਾਖਸ਼ਾਂ ਦੀ ਜੰਗ ਹੋਈ, ਬਹੁਤ ਭਿਆਨਕ। ਇੰਨੀ ਜੰਗ ਹੋਈ ਤੇ ਸਾਰੀ ਧਰਤੀ ਹਿੱਲਣ ਲੱਗ ਪਈ। ਇਹਨਾਂ ਭਲਿਆਂ ਲੋਕਾਂ ਨੂੰ ਉਹਨਾਂ ਜ਼ਮਾਨੇ 'ਚ ਇਹ ਵੀ ਨਹੀਂ ਸੀ ਪਤਾ ਵੀ ਧਰਤੀ ਹੈ ਕਿੱਡੀ, ਕਿ ਹਿਲਦੀ ਹੁੰਦੀ ਹੈ ਕਿ ਨਹੀਂ ਹਿਲਦੀ ਹੁੰਦੀ ਹੈ। ਇਹ ਲਿਖਿਆ ਪਿਆ ਇਹਨਾਂ ਨੇ। ਧਰਤੀ ਕੰਬਣ ਲੱਗ ਪਈ, ਹਿੱਲਣ ਲੱਗ ਪਈ। ਕਹਿੰਦੇ ਫਿਰ ਧਰਤੀ ਜਦੋਂ ਡੁੱਬਣ ਲੱਗੀ ਤਾਂ ਵਿਸ਼ਨੂੰ ਭਗਵਾਨ ਧਰਤੀ ਦੇ ਹੇਠਾਂ ਆਪਣਾ ਕੱਛੂ ਬਣ ਕੇ ਉਹਦਾ ਸਹਾਰਾ ਬਣ ਗਏ ਕਿ ਧਰਤੀ ਕਿਤੇ ਡੁੱਬ ਨਾ ਜਾਵੇ। ਕਮਾਲ ਹੈ ਇਹ ਗੱਲਾਂ ਸਾਰੀਆਂ। ਕੱਛੂ ਬਹੁਤ ਵੱਡਾ ਤੇ ਧਰਤੀ ਬਹੁਤ ਛੋਟੀ, ਇਹਨਾਂ ਦੇ ਖਿਆਲ ਦੇ ਮੁਤਾਬਕ ਇਹ ਵੀ ਲਿਖਿਆ ਪਿਆ। ਤੇ ਫਿਰ ਉਹਨਾਂ ਨੇ ਜੰਗ ਦੇ ਵਿੱਚ ਜਿਹੜੇ ਰਾਖਸ਼ ਜਿੱਤ ਗਏ ਤੇ ਉਹਨਾਂ ਨੇ ਵੇਦਾਂ ਨੂੰ ਗੰਦਗੀ ਦੇ ਢੇਰ ਵਿੱਚ ਦੱਬ ਦਿੱਤਾ। ਤੇ ਫਿਰ ਆਇਆ ਵਿਸ਼ਨੂੰ ਭਗਵਾਨ ਸੂਰ ਬਣ ਕੇ, ਤੇ ਉਹਨੇ ਗੰਦਗੀ ਨੂੰ ਖਾਧਾ ਤੇ ਪਰੇ ਕੀਤਾ ਤੇ ਵਿੱਚੋਂ ਵੇਦ ਕੱਢੇ ਤੇ ਬਰਮੇ ਦੇ ਹਵਾਲੇ ਵੇਦ ਕੀਤੇ। ਹੁਣ ਸੂਰ ਬਣਨ ਤੋਂ ਬਿਨਾਂ ਗੰਦਗੀ ਪਾਸੇ ਨਹੀਂ ਸੀ ਹਟਦੀ। ਕਿ ਇਨਸਾਨ ਕੋਈ ਗੰਦਗੀ ਪਾਸੇ ਨਹੀਂ ਕਰ ਸਕਦਾ? ਪਰ ਇਹਨਾਂ ਨੇ ਆਪਣੇ ਵਿਸ਼ਨੂੰ ਨੂੰ ਵੀ ਸੂਰ ਬਣਾਇਆ ਅਵਤਾਰ ਰੂਪ ਦੇ ਵਿੱਚ। ਤੇ ਉਹ ਵਿਸ਼ਨੂੰ ਹੈ ਜਿਹੜਾ ਸੂਰ ਬਣ ਕੇ ਗੰਦਗੀ ਖਾਂਦਾ ਤੇ ਵਿੱਚੋਂ ਵੇਦ ਕੱਢ ਕੇ ਲਿਆਉਂਦਾ ਤੇ ਧੋ ਕੇ ਸਾਫ਼ ਕਰਕੇ ਉਹ ਬਰਮਾ ਦੇ ਹਵਾਲੇ ਕਰਦਾ। ਇਹ ਕਹਾਣੀਆਂ ਸਾਰਾ ਕੁਝ ਭਰਿਆ ਪਿਆ ਇਹਨਾਂ ਚੀਜ਼ਾਂ ਨਾਲ। ਜਹ ਪ੍ਰਭ ਸਿਮਰੇ ਤਹੀਂ ਮਨ ਮਾਨਿਆ। ਹੇ ਭਾਈ, ਜੇ ਇਹਨਾਂ ਨੇ ਪ੍ਰਭੂ ਪਰਮਾਤਮਾ ਨੂੰ ਸਮਝਿਆ ਹੁੰਦਾ, ਜਾਣਿਆ ਹੁੰਦਾ, ਤਾਂ ਇਹਨਾਂ ਦਾ ਮਨ ਟਿਕਾਣੇ ਆਇਆ ਹੁੰਦਾ ਤਾਂ ਇਹ ਚੰਗੇ ਕੰਮ ਕਰਦੇ। ਇਹ ਤਾਂ ਬਰਮਾ ਤਾਂ ਵਿਚਾਰਾ ਆਪ ਹੀ ਹੰਕਾਰੀ ਹੋਇਆ ਫਿਰਦਾ ਰਿਹਾ। ਤੇ ਕਹਾਣੀਆਂ ਦੇ ਮੁਤਾਬਕ ਇਹਨੇ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ। ਸਗੋਂ ਭਾਰਤ ਦੇ ਵਿੱਚ ਜਿਵੇਂ ਨਾ ਆਖਿਆ ਜਾਂਦਾ ਹੈ ਕਿ ਬਰਮੇ ਨੇ ਸ੍ਰਿਸ਼ਟੀ ਸਾਜੀ। ਕਿਸੇ ਬੰਦੇ ਨੇ ਬੜੀ ਕਮਾਲ ਦੀ ਟਿੱਪਣੀ ਕੀਤੀ ਹੈ, ਵਿਦਵਾਨ ਨੇ। ਕਹਿਣ ਲੱਗਿਆ ਸਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚਾਹੀਦਾ ਤੇ ਜਿੱਤੋਂ ਉਹ ਚੀਜ਼ਾਂ ਮਿਲਣ ਦੀ ਆਸ ਹੈ ਉਹਦੀ ਆਰਾਧਨਾ ਬਹੁਤ ਕਰਦੇ ਆ। ਕਿ ਵਿਸ਼ਨੂੰ ਬਾਰੇ ਆਖਿਆ ਗਿਆ ਕਿ ਵਿਸ਼ਨੂੰ ਸਾਰਿਆਂ ਦੀ ਪਾਲਣਾ ਕਰਦਾ ਹੈ ਤੇ ਵਿਸ਼ਨੂੰ ਦੀ ਮਾਨਤਾ ਪੂਜਾ ਬਹੁਤ ਹੋਊਗੀ, ਕਿਉਂਕਿ ਸਾਨੂੰ ਰੋਜ਼ ਚੀਜ਼ਾਂ ਦੀ ਲੋੜ ਪੈਂਦੀ ਹੈ। ਵਿਸ਼ਨੂੰ ਜੀ ਸਾਨੂੰ ਕੱਪੜੇ ਦੇ ਦਿਓ, ਰੋਟੀ ਦੇ ਦਿਓ, ਅੰਨ ਦਾਣਾ ਦੇ ਦਿਓ ਤੇ ਘਰ ਦੇ ਦਿਓ। ਉਹਦੀ ਮਾਨਤਾ ਬਹੁਤ ਵੱਧ ਗਈ ਕਿਉਂਕਿ ਚੀਜ਼ਾਂ ਦੀ ਲੋੜ ਪੈਂਦੀ ਹੈ। ਤੇ ਫਿਰ ਮੌਤ ਤੋਂ ਵੀ ਬੰਦੇ ਨੂੰ ਡਰ ਲੱਗਦਾ ਹੈ ਤੇ ਮੌਤ ਦਾ ਦੇਵਤਾ ਬਣਾਤਾ ਸ਼ਿਵ ਜੀ। ਤੇ ਸ਼ਿਵ ਜੀ ਦੀ ਪੂਜਾ ਬਹੁਤ ਹੋਊਗੀ। ਮੌਤ ਤੋਂ ਡਰਦੇ ਲੋਕੀ ਦੇਖਿਓ ਕਿਤੇ ਭਗਵਾਨ ਜੀ ਮਾਰ ਨਾ ਦਿਓ, ਬਚਾ ਲਿਓ, ਹਲੇ ਮਾਫ ਕਰ ਦਿਓ, ਹਲੇ ਹੋਰ ਜਿਉਣਾ ਚਾਹੁੰਦੇ ਆ। ਇਹ ਸ਼ਿਵ ਜੀ ਦੀ ਪੂਜਾ ਵੀ ਬਹੁਤ ਹੋਊਗੀ। ਪਰ ਕਹਿੰਦੇ ਬ੍ਰਹਮਾ ਸਾਰਿਆਂ ਨੂੰ ਜਨਮ ਦੇਣ ਵਾਲਾ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ। ਹੁਣ ਜਦੋਂ ਜਨਮ ਹੋ ਹੀ ਗਿਆ ਤੇ ਬ੍ਰਹਮਾ ਨੂੰ ਫਿਰ ਕਾਹਦੇ ਵਾਸਤੇ ਯਾਦ ਕਰਨਾ ਹੈ? ਜਨਮ ਤਾਂ ਹੋ ਚੁੱਕਿਆ ਹੋਇਆ। ਮੁੜ ਕੇ ਬ੍ਰਹਮਾ ਸਾਡਾ ਕੁਝ ਨਹੀਂ ਵਿਗਾੜੇਗਾ। ਜਿਹੜਾ ਬਾਕੀ ਅਧਿਕਾਰ ਹੈ ਉਹ ਵਿਸ਼ਨੂੰ ਕੋਲੇ ਚਲਾ ਗਿਆ ਤੇ ਸ਼ਿਵ ਜੀ ਕੋਲੇ ਚਲਾ ਗਿਆ। ਬ੍ਰਹਮਾ ਨੇ ਤੇ ਜਨਮ ਦੇ ਦਿੱਤਾ, ਮੁੜ ਕੇ ਉਹਦਾ ਅਧਿਕਾਰ ਖਤਮ ਹੋ ਗਿਆ। ਇਸੇ ਕਰਕੇ ਭਾਰਤ ਦੇ ਵਿੱਚ ਬ੍ਰਹਮਾ ਦੀ ਕੋਈ ਪੂਜਾ ਨਹੀਂ ਹੁੰਦੀ ਕਿਤੇ ਵੀ। ਤੇ ਉਹਦਾ ਮੰਦਿਰ ਕੇਵਲ ਰਾਜਸਥਾਨ ਦੇ ਇੱਕ ਥਾਂ ਤੇ ਪੁਸ਼ਕਰ ਦੇ ਵਿੱਚ ਬਣਿਆ ਹੋਇਆ ਹੈ। ਤੇ ਕਹਿੰਦੇ ਨੇ ਉਹ ਵੀ ਮੰਦਿਰ ਅੱਜ ਤੋਂ 6-7 ਸਾਲ ਪਹਿਲਾਂ ਉਹ ਟੁੱਟਿਆ ਹੋਇਆ ਮੰਦਿਰ ਸੀ। ਬ੍ਰਹਮਾ ਦੀ ਮੂਰਤੀ ਟੁੱਟੀ ਹੋਈ ਸੀ। ਟੀਵੀ ਵਾਲਿਆਂ ਨੇ ਟਿੱਪਣੀ ਕੀਤੀ, ਕਹਿੰਦੇ ਜਿਹੜਾ ਬ੍ਰਹਮਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸੀ ਉਹਦਾ ਆਪ ਹੀ ਮੰਦਿਰ ਅਜੇ ਟੁੱਟਿਆ ਪਿਆ ਹੈ। ਲੋਕਾਂ ਦੀ ਸ੍ਰਿਸ਼ਟੀ ਬਣਾਉਂਦਾ ਹੈ, ਆਪਣਾ ਮੰਦਿਰ ਟੁੱਟਿਆ ਪਿਆ ਤੇ ਮੂਰਤੀ ਵੀ ਟੁੱਟੀ ਪਈ ਹੈ। ਪੁਜਾਰੀਆਂ ਵਾਸਤੇ ਮੁਸ਼ਕਿਲ ਇਹ ਬਣੀ ਪਈ ਹੈ ਕਿ ਨਵੀਂ ਮੂਰਤੀ ਬ੍ਰਹਮਾ ਦੀ ਬਣਾਉਣ ਦੀ ਇਜਾਜ਼ਤ ਨਹੀਂ ਹੈ ਵੇਦਾਂ ਦੇ ਮੁਤਾਬਕ, ਉਹਨਾਂ ਦੀ ਸੋਚ ਦੇ ਮੁਤਾਬਕ। ਤੇ ਪੁਰਾਣੀ ਮੂਰਤੀ ਜਿਹੜੀ ਟੁੱਟੀ ਹੋਈ ਹੈ ਤੇ ਉਹ ਪੂਜਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਟੁੱਟੀ ਹੋਈ ਮੂਰਤੀ ਨੂੰ ਹਿੰਦੂ ਧਰਮ ਦੇ ਵਿੱਚ ਪੂਜਣਾ ਮਨਾ ਕੀਤਾ ਗਿਆ। ਹੁਣ ਕਹਿੰਦੇ ਇਹ ਧਰਮ ਸੰਕਟ ਖੜਾ ਹੋ ਗਿਆ। ਬ੍ਰਹਮਾ ਦੀ ਮੂਰਤੀ ਨਵੀਂ ਬਣ ਨਹੀਂ ਸਕਦੀ, ਪੁਰਾਣੀ ਮੁਰੰਮਤ ਹੋ ਨਹੀਂ ਸਕਦੀ, ਟੁੱਟੀ ਦੀ ਪੂਜਾ ਕੀਤੀ ਨਹੀਂ ਜਾ ਸਕਦੀ। ਕਹਿੰਦੇ ਇੱਥੇ ਬ੍ਰਹਮਾ ਦਾ ਜਿਹੜੀ ਮੂਰਤੀ ਹੈ ਤੇ ਮੰਦਿਰ ਹੈ ਉਹ ਧਰਮ ਸੰਕਟ ਖੜਾ ਹੋ ਗਿਆ। ਪੁਜਾਰੀ ਬਾਹਰ ਬੈਠੇ ਸੋਚਦੇ ਨੇ ਹੁਣ ਕਰੀਏ ਤਾਂ ਕੀ ਕਰੀਏ। ਉਹੋ ਜਿਹੀਆਂ ਹਾਲਤਾਂ ਨੇ, ਕਿਉਂਕਿ ਇਹਨਾਂ ਦੀ ਸੋਚ ਅਜੇ ਉਹ ਪੱਥਰ ਯੁੱਗ ਦੇ ਵਿੱਚ ਖਲੋਤੀ ਹੋਈ ਆ। ਅੱਗੋਂ ਮਨ ਵਿਕਸਿਤ ਨਹੀਂ ਹੋਇਆ। ਬਲ ਰਾਜਾ ਮਾਇਆ ਹੰਕਾਰੀ। ਬਲ ਰਾਜੇ ਬਾਰੇ ਬੜੀ ਲੰਮੀ ਕਹਾਣੀ ਤੁਸੀਂ ਵਿਸਤਾਰ ਨਾਲ ਸੁਣੀ ਹੋਣੀ। ਇੱਥੇ ਗੱਲ ਹੰਕਾਰ ਦੀ ਹੋ ਰਹੀ ਹੈ ਕਿ ਉਹਨੇ ਆਪਣੇ ਗੁਰੂ ਸ਼ੁਕਰ ਦਾ ਕਹਿਣਾ ਨਾ ਮੰਨਿਆ। ਹੁਣ ਜਿਹਨਾਂ ਨੂੰ ਅਵਤਾਰ ਕਿਹਾ ਜਾਂਦਾ ਹੈ ਨਾ, ਬਲ ਰਾਜੇ ਨੇ ਬਹੁਤ ਸਾਰੇ ਹਵਨ ਜੱਗ ਕੀਤੇ। ਹਾਲਾਂਕਿ ਜੱਗ ਕਰਨ ਦੇ ਵਿੱਚ
ਕੋਈ ਇੰਦਰਪੁਰੀ ਦਾ ਰਾਜ ਮਿਲ ਜਾਣਾ, ਇੰਦਰ ਦੇਵਤਾ ਧਰਤੀ ਦੇ ਆ ਕੇ ਸੇਵਾਦਾਰ ਬਣ ਜਾਏ ਤੇ ਦੂਜਾ ਬੰਦਾ ਜੱਗ ਕਰਨ ਵਾਲਾ ਇੰਦਰ ਦਾ ਰਾਜ ਖੋਹ ਲਵੇ, ਇਹੋ ਜਿਹਾ ਕੁਝ ਨਹੀਂ ਹੁੰਦਾ। ਪਰ ਇਹ ਲਿਖਿਆ ਹੋਇਆ, ਕਹਿੰਦੇ ਜਿਹੜਾ ਬੰਦਾ ਰਾਜਾ 101 ਜੱਗ ਕਰ ਦੇਵੇ ਸਫਲਤਾ ਸਹਿਤ, ਉਹ ਇੰਦਰ ਦੇ ਰਾਜ ਦਾ ਮਾਲਕ ਬਣ ਜਾਂਦਾ ਹੈ। ਤੇ ਕਹਿੰਦੇ ਜੀ ਇਹਨੇ ਬਲ ਰਾਜੇ ਨੇ 100 ਜੱਗ ਕਰ ਦਿੱਤੇ ਤੇ 101ਵਾਂ ਸ਼ੁਰੂ ਹੋਇਆ ਤੇ ਇੰਦਰ ਦੇਵਤਾ ਦੌੜਿਆ ਕਿ ਮੇਰਾ ਤਾਂ ਹੁਣ ਰਾਜ ਗਿਆ। ਉਹ ਗਿਆ ਵਿਸ਼ਨੂੰ ਕੋਲੇ, ਕਿਉਂਕਿ ਵਿਸ਼ਨੂੰ ਅਤੇ ਇੰਦਰ ਦੇਵਤਾ ਰਿਗਵੇਦ ਦੇ ਮੁਤਾਬਕ ਦੋਵੇਂ ਆਪਸ ਦੇ ਵਿੱਚ ਭਰਾ ਸਨ। ਇਹ ਚਾਚੇ ਤਾਇਆਂ ਦੇ ਪੁੱਤਰ ਸਨ, ਦੋਵੇਂ ਭਰਾ ਸਨ। ਇਹ ਹੁਣ ਤੇ ਦੇਵਤੇ ਬਣਾ ਦਿੱਤੇ ਕਿ ਅਸਲ ਦੇ ਵਿੱਚ ਜੰਗੀ ਯੋਧੇ ਸੀ, ਉਹਨਾਂ ਦੇ ਆਰੀਆਂ ਦੇ ਆਗੂ ਸੀ। ਤੇ ਇੰਦਰ ਗਿਆ ਦੌੜ ਕੇ ਵਿਸ਼ਨੂੰ ਕੋਲੇ, ਕਹਿਣ ਲੱਗਿਆ ਵਿਸ਼ਨੂੰ ਜੀ ਕਿਰਪਾ ਕਰੋ ਮੈਨੂੰ ਬਚਾਓ, ਮੇਰਾ ਤੇ ਰਾਜ ਖੁੱਸ ਜਾਣਾ ਜੇ ਉਹਨੇ ਅਗਲਾ ਜੱਗ ਪੂਰਾ ਕਰਤਾ। ਵਿਸ਼ਨੂੰ ਕਹਿਣ ਲੱਗਾ ਠੀਕ ਹੈ, ਤੂੰ ਤੇ ਲੜਨ ਜੋਗਾ ਹੀ ਹੈ, ਤੈਨੂੰ ਚਾਲਾਂ ਨਹੀਂ ਆਉਂਦੀਆਂ, ਚਾਲਾਂ ਮੈਂ ਜਾਣਦਾ। ਵਿਸ਼ਨੂੰ ਬ੍ਰਾਹਮਣ ਬਣ ਕੇ ਬੌਣੇ ਦਾ ਰੂਪ ਧਾਰਨ ਕਰਕੇ ਉਥੇ ਜਦੋਂ ਬਲ ਰਾਜਾ ਦਾਨ ਕਰ ਰਿਹਾ ਸੀ ਉਹਦੇ ਸਾਹਮਣੇ ਜਾ ਕੇ ਹੱਥ ਜੋੜ ਕੇ ਖਲੋ ਗਿਆ। ਬਲ ਰਾਜਾ ਦਾਨ ਕਰ ਰਿਹਾ ਤੇ ਉਹਨੂੰ ਪੁੱਛਿਆ ਕਿ ਪੰਡਿਤ ਜੀ ਤੁਸੀਂ ਕੀ ਲਓਗੇ? ਕਹਿਣ ਲੱਗੇ ਜਿਹੜਾ ਕੁਝ ਮੈਂ ਮੰਗਾ ਉਹ ਦੇ ਦੇਵੇਂਗਾ, ਮੈਂ ਤਾਂ ਝੌਂਪੜੀ ਵਾਸਤੇ ਝੁੱਗੀ ਵਾਸਤੇ ਜ਼ਮੀਨ ਹੀ ਚਾਹੀਦੀ ਹੈ ਥੋੜੀ ਜੀ, ਕੀ ਦੇ ਦੇਵੇਂਗਾ ਮੈਨੂੰ? ਉਹ ਕਹਿਣ ਲੱਗਾ ਜਿਹੜਾ ਮੰਗੋਗੇ ਉਹੀ ਦੇਵਾਂਗੇ। ਬਲ ਰਾਜੇ ਦਾ ਗੁਰੂ ਸੀ ਸ਼ੁਕਰ, ਉਹ ਦੌੜਿਆ ਆਇਆ, ਕਹਿਣ ਲੱਗਾ ਠੱਗਾ ਇਹ ਇਹਦਾ ਕਹਿਣਾ ਨਾ ਮੰਨੀ, ਮੈਂ ਤੈਨੂੰ ਸਮਝਾ ਰਿਹਾ ਨਾ ਮੰਨੀ ਇਹਦਾ ਕਹਿਣਾ। ਉਹਨੇ ਆਪਣੇ ਗੁਰੂ ਦੀ ਅਣਸੁਣੀ ਕਰਦੀ, ਕਹਿੰਦਾ ਗਰੀਬ ਬਾਹਮਣ ਹੈ, ਇਹਨੂੰ ਕਾਹਨੂੰ ਮੋੜਨਾ, ਆਪਾਂ ਜੱਗ ਕਰਨ ਲੱਗੇ ਹੋਏ ਆ। ਬਥੇਰਾ ਸਮਝਾਇਆ ਪਰ ਉਹ ਨਹੀਂ ਮੰਨਿਆ। ਤੇ ਵਿਸ਼ਨੂੰ ਨੇ ਉਹ ਤੋਂ ਚੂੜੀਆਂ ਭਰਵਾ ਲੀਆਂ, ਸੌਹਾਂ ਪਵਾ ਲਈਆਂ ਬਈ ਮੁੱਕਰ ਨਾ ਜਾਵੇ। ਇੱਥੋਂ ਤੱਕ ਵੀ ਭਾਈ ਗੁਰਦਾਸ ਨੇ ਹਵਾਲੇ ਦਿੱਤੇ ਹੋਏ ਨੇ। ਕਹਿੰਦੇ ਜਦੋਂ ਚੂੜੀਆਂ ਭਰਵਾਉਣ ਲੱਗਿਆ ਸੀ ਨਾ, ਪਾਣੀ ਕਰਵੇ ਦੇ ਵਿੱਚੋਂ ਭਾਂਡੇ ਦੇ ਵਿੱਚੋਂ ਆ ਰਿਹਾ ਸੀ ਤੇ ਜਿਹੜਾ ਵਿਚਾਰਾ ਸ਼ੁਕਰ ਸੀ ਇਹਦਾ ਗੁਰੂ ਬਲ ਰਾਜੇ ਦਾ, ਉਹ ਕਰਵੇ ਦੇ ਭਾਂਡੇ ਦੇ ਅੰਦਰ ਬੈਠ ਕੇ ਪਾਣੀ ਨਿਕਲਣ ਤੋਂ ਉਹਨੇ ਰੋਕ ਦਿੱਤਾ, ਆਪ ਉਹ ਭਾਂਡੇ 'ਚ ਵੜ ਗਿਆ। ਕਹਿੰਦੇ ਇਹ ਜਿਹੜਾ ਵਿਸ਼ਨੂੰ ਸੀ ਬੜਾ ਤੇਜ਼ ਸੀ, ਬਾਹਮਣ ਬਣਿਆ, ਕਹਿੰਦਾ ਇਹਦੀ ਨਲਕੀ ਦੇ ਵਿੱਚੋਂ ਪਾਣੀ ਬੰਦ ਹੋ ਗਿਆ ਨਾ, ਉੱਥੋਂ ਡੱਕਾ ਤੀਲਾ ਲੈ ਕੇ ਆਓ, ਇਹ ਪਾਣੀ ਦੀ ਨਲਕੀ ਦੇ ਵਿੱਚੋਂ ਚਾਲੂ ਕਰੋ ਪਾਣੀ ਨੂੰ। ਤੇ ਜਦੋਂ ਤੀਲਾ ਮਾਰਿਆ ਵਿਚਾਰਾ ਉਹ ਅੰਨਾ ਹੋ ਗਿਆ ਸ਼ੁਕਰ, ਤੇ ਉਹ ਦੌੜ ਗਿਆ ਉੱਥੋਂ ਵੀ ਇਹ ਤਾਂ ਮੇਰੀ ਸੁਣਦੇ ਕੋਈ ਨਹੀਂ, ਮੈਨੂੰ ਵੀ ਅੰਨਾ ਕਰਕੇ ਰੱਖ ਦਿੱਤਾ। ਉਹ ਭੱਜ ਗਿਆ, ਪਾਣੀ ਵਿੱਚੋਂ ਆ ਗਿਆ, ਚੂੜੀਆਂ ਭਰਾ ਲਈਆਂ। ਤੇ ਫਿਰ ਕਹਿੰਦੇ ਵਿਸ਼ਨੂੰ ਨੇ ਆਖਿਆ, ਜਿਹੜਾ ਬਾਹਮਣ ਦੇ ਰੂਪ 'ਚ ਖੜਾ ਸੀ, ਕਹਿਣ ਲੱਗਿਆ ਮਕਾਨ ਬਣਾਉਣ ਵਾਸਤੇ ਜਗ੍ਹਾ ਦੇ ਦੇ। ਉਹ ਕਹਿੰਦਾ ਲੈ ਜਿੰਨੀ ਲੈਣੀ ਹੈ। ਕਹਿੰਦਾ 2.5 ਕਦਮੀ ਚਾਹੀਦੀ ਹੈ। ਕਹਿੰਦਾ ਮਿਲ ਲਓ ਫਿਰ ਤੁਸੀਂ। 2.5 ਕਦਮ ਦੇ ਵਿੱਚ ਕਹਿੰਦੇ ਸਾਰੀ ਧਰਤੀ ਮਿਲ ਲਈ ਉਹਨੇ, 1 ਕਦਮ ਦੇ ਵਿੱਚ ਸਾਰੀ ਧਰਤੀ ਆ ਗਈ, ਏਡਾ ਵੱਡਾ ਬਣ ਗਿਆ ਉਹ, ਹੱਦ ਹੋ ਗਈ ਹੈ। ਮਤਲਬ ਗੱਪ ਲੋਕ ਬਹੁਤ ਵੜਦੇ ਨੇ ਪਰ ਇੱਥੇ ਤਰਕਾੜੀ ਤੋੜੇ ਪਏ ਨੇ। ਇੱਕੋ ਹੀ ਡਿੰਗ ਦੇ ਵਿੱਚ, ਇੱਕੋ ਕਦਮ ਦੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਗਿਆ ਵਿਸ਼ਨੂੰ ਭਗਵਾਨ, ਤੇ ਇੱਕ ਦੂਜੇ ਕਦਮ ਨਾਲ ਸਾਰਾ ਆਕਾਸ਼ ਉੱਤੋਂ ਮਿਲ ਲਿਆ। ਤੇ ਕਹਿੰਦਾ ਮੇਰੀ 2.5 ਤਾਂ ਹਲੇ ਪੂਰੇ ਨਹੀਂ ਹੋਏ, ਅੱਧੀ ਕਦਮ ਤਾਂ ਬਾਕੀ ਰਹਿ ਗਈ। ਉਹ ਲੰਮਾ ਪੈ ਗਿਆ ਵਿਚਾਰਾ ਬਲ ਰਾਜਾ, ਕਹਿੰਦਾ ਹੁਣ ਤਾਂ ਮੈਨੂੰ ਹੀ ਲੈ ਲੈ, ਹੋਰ ਤਾਂ ਮੇਰੇ ਕੋਲ ਕੁਝ ਰਿਹਾ ਨਹੀਂ ਹੈ। ਉਹਨੂੰ ਵੀ ਮਿਲ ਲਿਆ, ਜਾਣੀ ਕਿ ਆਪਣਾ ਗੁਲਾਮ ਬਣਾ ਲਿਆ, ਉਹਦਾ ਰਾਜ ਖੋਹ ਲਿਆ ਤੇ ਉਹਨੂੰ ਲੱਤ ਮਾਰ ਕੇ ਪਤਾਲ 'ਚ ਭੇਜ ਦਿੱਤਾ। ਕੁੱਲ ਮਿਲਾ ਕੇ ਇਹ ਸੀ ਕਿ ਉਹਦਾ ਰਾਜ ਖੋਹ ਕੇ ਉਹਨੂੰ ਨੇ ਹੱਥਾ ਕਰ ਦਿੱਤਾ, ਉਹਦੇ ਭੋਲੇਪਣ ਦਾ ਫਾਇਦਾ ਉਠਾ ਲਿਆ, ਚਲਾਕੀ ਨਾਲ ਉਹਦਾ ਸਾਰਾ ਰਾਜ ਲੈ ਲਿਆ। ਤੇ ਇੰਦਰ ਨੂੰ ਕਹਿਣ ਲੱਗਿਆ ਹੁਣ ਤੂੰ ਜੋ ਮਰਜ਼ੀ ਕਰਦਾ ਜਾ, ਤੇਰਾ ਰਾਜ ਹੁਣ ਕਿਤੇ ਨਹੀਂ ਜਾਣਾ, ਆਪਣਾ ਕਬਜ਼ਾ ਹੋ ਚੁੱਕਿਆ ਹੈ ਉਸ ਰਾਜ ਦੇ ਉੱਤੇ। ਤੋ ਇੱਥੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਬਲ ਰਾਜਾ ਮਾਇਆ ਅਹੰਕਾਰੀ, ਉਹਨੂੰ ਵੀ ਮਾਣ ਹੋ ਗਿਆ ਬਲ ਰਾਜੇ ਨੂੰ, ਆਪਣੇ ਗੁਰੂ ਦੀ ਗੱਲ ਉਹਨੇ ਨਾ ਮੰਨੀ ਤੇ ਨਤੀਜਾ ਕੀ ਨਿਕਲਿਆ? ਜਗਨ ਕਰੈ ਬਹੁ ਭਾਰ ਉਠਾਰੀ। ਉਹ ਜੱਗ ਕਰਦਾ ਹੈ, ਦਾਨ ਕਰਦਾ ਹੈ, ਆਫਰ ਗਿਆ ਕਿ ਮੇਰੇ ਵਰਗਾ ਦਾਨੀ ਕੋਈ ਨਹੀਂ। ਬਿਨ ਗੁਰ ਪੁੱਛੇ ਜਾਏ ਪਿਆਰੀ, ਆਪਣੇ ਗੁਰੂ ਸ਼ੁਕਰ ਦੀ ਉਹਨੇ ਗੱਲ ਨਾ ਮੰਨੀ ਤੇ ਪਤਾਲ 'ਚ ਚਲਾ ਗਿਆ, ਭਾਵ ਕਿ ਗਰਕ ਹੋ ਗਿਆ, ਸਭ ਕੁਝ ਗੁੰਮ ਹੋ ਗਿਆ। ਹੇ ਭਾਈ ਕਦੀ ਇਸ ਤਰ੍ਹਾਂ ਹੰਕਾਰ ਨਾ ਕਰ ਲਿਓ, ਆਪਣੇ ਗੁਰੂ ਨੂੰ ਪੁੱਛ ਕੇ ਆਪਣੀ ਜ਼ਿੰਦਗੀ ਬਤੀਤ ਕਰਿਓ, ਕਿਤੇ ਧੋਖਾ ਨਾ ਖਾ ਜਾਇਓ। ਹਰੀ ਚੰਦ ਦਾਨ ਕਰੈ ਜਸ ਲੇਵੈ, ਇਸ ਤਰੀ ਹਰੀਸ਼ ਚੰਦਰ ਇੱਕ ਕਿਹਾ ਜਾਂਦਾ ਹੈ, ਦਾਨੀ ਰਾਜਾ ਸੀ ਤੇ ਲੋਕੀ ਉਹਦੀ ਬੜੀ ਪ੍ਰਸ਼ੰਸਾ ਕਰਦੇ ਸੀ। ਤੇ ਉਹ ਵੀ ਇੰਦਰ ਦਾ ਰਾਜ ਲੈਣ ਵਾਸਤੇ ਨੇੜੇ ਹੀ ਪਹੁੰਚ ਗਿਆ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ। ਤੇ ਕਹਿੰਦੇ ਅਖੀਰ ਨੂੰ ਦੇਵਤਿਆਂ ਦਾ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਤੇ ਹਰੀ ਚੰਦ ਕੋਲੇ ਆ ਪਹੁੰਚੇ ਤੇ ਉਹ ਤੋਂ ਮੰਗਿਆ ਜਿਹੜਾ ਕੁਛ, ਕਹਿੰਦਾ ਸਾਰਾ ਕੁਛ ਉਹਨੇ ਵਿਚਾਰੇ ਨੇ ਆਪਣਾ ਰਾਜ ਪਾਟ ਆਦਿਕ ਸਾਰਾ ਕੁਝ ਦਾਨ ਕਰ ਦਿੱਤਾ। ਤੇ ਕਹਿਣ ਲੱਗੇ ਆਪਣੇ ਤਨ ਦੇ ਕੱਪੜਿਆਂ ਤੋਂ ਸਿਵਾਏ ਤੁਸੀਂ ਹੋਰ ਕੁਝ ਨਹੀਂ ਰੱਖੋਗੇ ਤੇ ਰਾਜ ਛੱਡ ਕੇ ਚਲੇ ਜਾਓ। ਹਰੀ ਚੰਦ ਵਿਚਾਰਾ ਚਲਾ ਗਿਆ ਤੇ ਅਖੀਰ 'ਚ ਉਹਨੂੰ ਕਿਤੇ ਨੌਕਰੀ ਤੇ ਨਾ ਕੋਈ ਰੱਖੇ ਤੇ ਉਹਨੂੰ ਆਪਣੀ ਪਤਨੀ ਵੀ ਕਿਸੇ ਅੱਗੇ ਵੇਚਣੀ ਪਈ ਤੇ ਅਖੀਰ 'ਚ ਆਪ ਕਿਸੇ ਮੁਰਦੇ ਸਾੜਨ ਵਾਸਤੇ ਉਹਨੂੰ ਨੌਕਰ ਲੱਗਣਾ ਪਿਆ। ਤੇ ਉਹਦਾ ਪੁੱਤਰ ਸੀ ਜਿਹੜਾ ਰੋਹਤਾਸ਼, ਉਹ ਸੱਪ ਲੜ ਕੇ ਕਹਿੰਦੇ ਨੇ ਮਰ ਗਿਆ। ਉਹ ਵਿਚਾਰੀ ਤਾਰਾ ਸੀ ਹਰੀਸ਼ ਚੰਦਰ ਦੀ ਪਤਨੀ, ਉਹ ਆਪਣੇ ਪੁੱਤਰ ਦਾ ਸੰਸਕਾਰ ਕਰਨ ਵਾਸਤੇ ਜਦੋਂ ਮੜੀਆਂ 'ਚ ਲੈ ਕੇ ਆਈ, ਅੱਗੋਂ ਉਸੇ ਦਾ ਪਤੀ ਹਰੀਸ਼ ਚੰਦ ਕਹਿ ਰਿਹਾ ਕਿ ਇੰਨੇ ਪੈਸੇ ਲੱਗਣਗੇ, ਇੱਥੇ ਲੱਕੜੀ ਆਦਿਕ ਦਾ ਖਰਚਾ ਹੋਵੇਗਾ, ਉਹ ਪੈਸੇ ਦੇ। ਉਹ ਵਿਚਾਰੀ ਕਹਿੰਦੀ ਹੈ ਮੇਰੇ ਕੋਲ ਤਾਂ ਹੈ ਨਹੀਂ।
ਉਹ ਕਹਿਣ ਲੱਗਿਆ ਫਿਰ ਮੈਂ ਤੇਰੇ ਪੁੱਤਰ ਨੂੰ ਨਹੀਂ ਸਾੜਾਂਗਾ। ਉਹ ਕਹਿੰਦੀ ਫਿਰ ਤੂੰ ਐ ਕਰ, ਤੈਨੂੰ ਪਤਾ ਹੈ ਮੈਂ ਤੇਰੀ ਪਤਨੀ ਆ, ਆਪਣੇ ਤੇ ਇੰਨੀਆਂ ਮੁਸੀਬਤਾਂ ਆ ਗਈਆਂ, ਤੂੰ ਜੋ ਮਰਜ਼ੀ ਕਰਦਾ ਜਾਈਂ, ਪੁੱਤਰ ਮੇਰਾ ਮਰ ਗਿਆ, ਤੂੰ ਮੇਰੇ ਤੋਂ ਵਿਛੜ ਗਿਆ, ਹੁਣ ਮੈਨੂੰ ਕਤਲ ਕਰ ਦੇ ਤੂੰ। ਉਹ ਵਿਚਾਰਾ ਕਹਿੰਦੇ ਤਲਵਾਰ ਲੈ ਕੇ ਉਹਨੂੰ ਕਤਲ ਕਰਨ ਵਾਸਤੇ ਹਥਿਆਰ ਚੁੱਕੇ ਹੀ ਹੈ, ਇੰਨੇ ਨੂੰ ਆਕਾਸ਼ ਦੇ ਵਿੱਚੋਂ ਵਿਸ਼ਨੂੰ ਭਗਵਾਨ ਆ ਗਿਆ ਨਾਲ ਦੀ ਨਾਲ, ਉਹਨੂੰ ਕਹਿੰਦੇ ਕਤਲ ਨਹੀਂ ਦਿੱਤਾ। ਫਿਰ ਉਹਨੂੰ ਬਹੁਤ ਕੁਝ ਕਹਿੰਦੇ ਮਾਨਤਾ ਦਿੱਤੀ, ਵਡਿਆਈ ਦਿੱਤੀ। ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਕਿ ਭਾਈ ਉਹਨੇ ਵੀ ਹੰਕਾਰ ਕੀਤਾ ਸੀ ਕਿ ਮੇਰੇ ਵਰਗਾ ਦਾਨੀ ਕੋਈ ਨਹੀਂ, ਉਹ ਵਿਚਾਰਾ ਰੁਲ ਕੇ ਮਰ ਗਿਆ, ਬੁਰੀ ਹਾਲਤ ਕਰ ਦਿੱਤੀ। ਇਹੋ ਜਿਹਾ ਹੰਕਾਰ ਨਹੀਂ ਕਰੀਦਾ। ਐਡੇ ਐਡੇ ਦੇਵਤੇ ਵੀ ਹੰਕਾਰ ਦੇ ਨਾਲ ਡੁੱਬ ਗਏ, ਆਪਣੇ ਚੰਗੇ ਕੰਮਾਂ ਤੋਂ ਖੁੰਝ ਗਏ। ਜਿਸ ਗੁਰ ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ। ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨ ਪਾਏ ਅਪੇਵੈ। ਆਪਣੇ ਗੁਰੂ ਤੋਂ ਉਹ ਬੇਮੁਖ ਹੋ ਗਿਆ, ਅਕਲ ਤੋਂ ਖੁੰਝ ਗਿਆ, ਦਾਨ ਪੁੰਨ ਦੇ ਚੱਕਰ ਚ ਹੰਕਾਰ ਚ ਪੈ ਗਿਆ ਤੇ ਸਭ ਕੁਝ ਗਵਾ ਲਿਆ ਤੇ ਆਪ ਭੁਲਾਏ ਆਪੇ ਮਤ ਦੇਵੈ। ਜੇ ਕੋਈ ਇਨਸਾਨ ਆਪਣੇ ਗੁਰੂ ਤੋਂ ਚੰਗੀ ਮੱਤ ਲੈ ਲਵੇ ਤੇ ਗੁਰੂ ਵੀ ਉਹਦਾ ਸੱਚਮੁੱਚ ਬਹੁਤ ਕੁਝ ਜਾਣਨ ਵਾਲਾ ਗਿਆਨਵਾਨ ਹੋਵੇ ਤਾਂ ਬਚਾਅ ਹੋ ਸਕਦਾ ਹੈ। ਦੁਰਮਤ ਹਰਨਾਕਸ ਦੁਰਚਾਰੀ। ਇਸ ਤਰ੍ਹਾਂ ਹਰਨਾਕਸ ਦੀ ਕਹਾਣੀ ਆਪਾਂ ਨੇ ਬਹੁਤ ਸੁਣੀ ਹੈ, ਇੱਥੇ ਵਿਸਤਾਰ ਦੇਣ ਦੀ ਲੋੜ ਨਹੀਂ ਹੈ। ਅਸਲ ਦੇ ਵਿੱਚ ਹਰਨਾਕਸ ਵੀ ਦਰਾਵੜਾਂ ਦਾ, ਭਾਰਤੀ ਜਿਹੜੇ ਅਸਲ ਵਸਨੀਕ ਸੀ ਪੁਰਾਤਨ, ਉਹਨਾਂ ਦਾ ਇੱਕ ਵੱਡਾ ਰਾਜਾ ਸੀ। ਧੋਖੇ ਨਾਲ ਵਿਸ਼ਨੂੰ ਨੇ ਪ੍ਰਹਲਾਦ ਨੂੰ ਆਪਣੇ ਵੱਲ ਕਰ ਲਿਆ ਤੇ ਹਰਨਾਕਸ਼ ਨੂੰ ਧੋਖੇ ਨਾਲ ਮਾਰ ਦਿੱਤਾ। ਤੇ ਹੌਲੀ ਹੌਲੀ ਜਿਹੜਾ ਪ੍ਰਹਲਾਦ ਸੀ, ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ, ਗੁਰਬਾਣੀ ਚੋਂ ਪ੍ਰਹਲਾਦ ਦੇ ਵਿਰੁੱਧ ਮੈਨੂੰ ਕੁਝ ਨਹੀਂ ਮਿਲਿਆ। ਜਦੋਂ ਮੈਂ ਆਪਣੀ ਕਿਤਾਬ ਲਿਖਣ ਲੱਗਿਆ ਪੁਰਾਣਿਕ ਕਥਾਵਾਂ ਦਾ ਅੰਤ, ਤੇ ਬਾਕੀ ਤਾਂ ਦੇਵੀ ਦੇਵਤਿਆਂ ਦੇ ਵਿਰੁੱਧ ਗੁਰਬਾਣੀ 'ਚ ਬਹੁਤ ਕੁਝ ਲਿਖਿਆ ਹੋਇਆ ਹੈ, ਪ੍ਰਹਲਾਦ ਅਤੇ ਧਰੂ ਭਗਤ ਇਹਨਾਂ ਦੇ ਵਿਰੁੱਧ ਕੁਝ ਨਹੀਂ ਹੈ ਲਿਖਿਆ ਹੋਇਆ। ਮੈਨੂੰ ਹੈਰਾਨੀ ਸੀ ਕਿ ਇਹਨਾਂ ਨੇ ਚੰਗਾ ਕੰਮ ਕੀਤਾ ਕੋਈ ਨਹੀਂ ਹੈ, ਤੇ ਫਿਰ ਕੀਤਾ ਕੀ ਜਾਵੇ। ਇਹਨਾਂ ਦੀ ਜਿਹੜੀ ਆ ਗੁਰਬਾਣੀ 'ਚ ਇੰਨੀ ਪ੍ਰਸ਼ੰਸਾ ਆਈ ਹੈ ਤੇ ਸਮਾਜ ਦਾ ਭਲਾ ਤਾਂ ਕੀਤਾ ਕੋਈ ਨਹੀਂ ਇਹਨਾਂ ਨੇ। ਜਿਹੜਾ ਧਰੂ ਨੇ ਰਾਜ ਮੰਗਣ ਵਾਸਤੇ, ਆਪਣੇ ਪਿਤਾ ਤੋਂ ਰਾਜ ਲੈਣ ਵਾਸਤੇ ਭਗਤੀ ਤਪੱਸਿਆ ਕਰਨ ਵਾਸਤੇ ਚਲਾ ਗਿਆ, ਇਸੇ ਤਰ੍ਹਾਂ ਪ੍ਰਹਲਾਦ ਨੇ ਆਪਣੇ ਪਿਤਾ ਨੂੰ ਮਰਵਾ ਦਿੱਤਾ। ਤੇ ਹੋਰ ਤਾਂ ਕੋਈ ਗੱਲ ਨਹੀਂ ਇਹਦੇ 'ਚ ਹੈ। ਮੈਂ ਅੱਗੋਂ ਭਾਈ ਗੁਰਦਾਸ ਤੋਂ ਸਹਾਇਤਾ ਲੈਣ ਦਾ ਯਤਨ ਕੀਤਾ ਤੇ ਅੰਤ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਪੌੜੀ ਲੱਭ ਗਈ ਕਿ ਧਰੂ ਨੇ ਆਪਣੇ ਪਿਤਾ ਤੋਂ ਰਾਜ ਲੈਣ ਵਾਸਤੇ ਜਿਹੜਾ ਤਪੱਸਿਆ ਭਗਤੀ ਕੀਤੀ, ਉਹ ਕੋਈ ਸਮਾਜ ਦਾ ਭਲਾ ਕੰਮ ਨਹੀਂ ਸੀ, ਉਹਨਾਂ ਦਾ ਘਰੇਲੂ ਮਾਮਲਾ ਸੀ ਸਾਰਾ। ਇਸੇ ਤਰ੍ਹਾਂ ਹੀ ਪ੍ਰਹਲਾਦ ਨੇ ਉਹਨਾਂ ਦੇ ਆਖੇ ਲੱਗ ਕੇ ਆਪਣੇ ਪਿਤਾ ਨੂੰ ਮਰਵਾ ਦਿੱਤਾ। ਪਿਤਾ ਤੋਂ ਰਾਜ ਖੋਹਣ ਵਾਸਤੇ ਪ੍ਰਹਲਾਦ ਯਤਨ ਕਰ ਰਿਹਾ ਸੀ, ਪਿਤਾ ਰਾਜ ਦੇ ਨਹੀਂ ਸੀ ਰਿਹਾ। ਉਹਨੇ ਵਿਦੇਸ਼ੀਆਂ ਦੀ, ਜਿਹੜੇ ਵਿਸ਼ਨੂੰ ਆਦਿਕ ਲੋਕਾਂ ਦੀ ਸਹਾਇਤਾ ਲੈ ਕੇ ਆਪ ਰਾਜਗੱਦੀ ਤੇ ਬਹਿ ਗਿਆ ਤੇ ਅੰਤ ਨੂੰ ਜਿਹੜਾ ਪ੍ਰਹਲਾਦ ਸੀ, ਇਹਦਾ ਪੋਤਾ ਸੀ, ਜਿਹੜਾ ਇਹ ਹੁਣੇ ਗੱਲ ਹੋਈ ਹੈ ਹਰੀ ਚੰਦ, ਇਹ ਪ੍ਰਹਲਾਦ ਦਾ ਪੋਤਾ ਸੀ। ਇਹਨਾਂ ਦਾ ਰਾਜ ਇਹਨਾਂ ਨੇ ਤਬਾਹ ਕਰ ਦਿੱਤਾ। ਪਹਿਲਾਂ ਪ੍ਰਹਲਾਦ ਨੂੰ ਗੱਦੀ ਤੋਂ ਉਤਾਰਿਆ ਤੇ ਬਾਅਦ ਦੇ ਵਿੱਚ ਇਸ ਨੂੰ ਬਲ ਰਾਜੇ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ। ਮੈਨੂੰ ਭਾਈ ਗੁਰਦਾਸ ਦਾ ਇਹ ਲਿਖਿਆ ਜਦੋਂ ਮਿਲਿਆ, ਫਿਰ ਮੈਂ ਆਪਣੀ ਕਿਤਾਬਾਂ ਦੇ ਵਿੱਚ ਇਹ ਮੈਟਰ ਪਾਇਆ ਕਿ ਪਿਛੋਕੜ ਭਾਈ ਇਹਦਾ ਇਹ ਹੈ। ਇਹਦਾ ਮਤਲਬ ਹੈ ਭਾਈ ਗੁਰਦਾਸ ਨੇ ਬਹੁਤ ਸਟੱਡੀ ਕੀਤੀ ਸੀ ਤੇ ਉਹਨਾਂ ਨੇ ਇਹ ਗੱਲ ਲੱਭ ਲਈ ਸੀ। ਅਗਲੀ ਗੱਲ ਕਿ ਗੁਰਬਾਣੀ 'ਚ ਕਿਉਂ ਨਹੀਂ ਇਹਨਾਂ ਦਾ ਜ਼ਿਕਰ ਆਇਆ, ਵਿਰੋਧ ਦਾ ਕਾਰਨ ਇਹ ਹੈ ਗੁਰਬਾਣੀ 'ਚ ਵਿਰੋਧ ਬਹੁਤ ਹੈ ਲੋਕਾਂ ਦਾ। ਮੇਰਾ ਖਿਆਲ ਹੈ ਗੁਰੂ ਸਾਹਿਬ ਨੇ ਇਸ ਕਰਕੇ ਨਹੀਂ ਕੀਤਾ ਵੀ ਕੋਈ ਤਾਂ ਇਹਨਾਂ ਦਾ ਜਿਹੜਾ ਪ੍ਰੇਰਣਾਦਾਇਕ ਰੱਖ ਲਈਏ ਇੱਕ ਅੱਧਾ, ਤਾਂ ਵੀ ਇਹ ਤਾਂ ਚੰਗਾ ਸੀ, ਇਹਦੇ ਵਰਗੇ ਤਾਂ ਬਣ ਜਾਓ, ਚੰਗਾ ਇਨਸਾਨ ਸੀ, ਤੇ ਫਿਰ ਤਾਂ ਕੋਈ ਰਹਿੰਦਾ ਹੀ ਨਹੀਂ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਗੁਰੂ ਸਾਹਿਬ ਦਾ ਹਾਲੇ ਸ਼ੁਰੂਆਤ ਸੀ ਜ਼ਿੰਦਗੀ ਦੀ, ਤੇ ਸਿੱਖਾਂ ਕੋਲੇ ਗੁਰੂ ਸਾਹਿਬ ਦਾ ਜੀਵਨ ਦਾ ਹਾਲੇ ਬਹੁਤਾ ਪ੍ਰਤੱਖ ਤੌਰ ਤੇ ਉੱਭਰ ਕੇ ਸਾਹਮਣੇ ਨਹੀਂ ਆਇਆ। ਕੋਈ ਪੁਰਾਤਨ ਦੇਵੀ ਦੇਵਤਾ ਜਿਹੜਾ ਹਿੰਦੂਆਂ ਦੇ ਵਿੱਚੋਂ ਹੋਵੇ, ਕਿਉਂਕਿ ਬਹੁਤੇ ਹਿੰਦੂਆਂ ਨੇ ਸਿੱਖ ਬਣਨਾ ਤੇ ਉਹਨਾਂ ਨੂੰ ਕਿਸੇ ਪੁਰਾਣੇ ਦੇਵੀ ਦੇਵਤਾ ਦਾ ਸੰਕਲਪ ਦਿੱਤਾ ਜਾਵੇ ਕਿ ਦੇਖੋ ਪ੍ਰਹਲਾਦ ਬਹੁਤ ਚੰਗਾ ਸੀ, ਉਹਦੇ ਵਰਗੇ ਬਣੋ, ਧਰੂ ਬਹੁਤ ਚੰਗਾ ਸੀ, ਉਹਦੇ ਵਰਗੇ ਬਣੋ। ਬਾਕੀ ਦੇਵੀ ਦੇਵਤਿਆਂ ਦੀ ਮਾਨਤਾ ਗੁਰਬਾਣੀ ਨੇ ਨਹੀਂ ਕੀਤੀ। ਇੱਥੇ ਸਤਿਗੁਰੂ ਕਹਿ ਰਹੇ ਨੇ ਦੁਰਮਤ ਹਰਨਾਕਸ ਦੁਰਚਾਰੀ, ਤੇ ਹਰਨਾਕਸ ਦੀ ਮਤ ਵੀ ਕੁਰਾਹੇ ਪੈ ਗਈ, ਉਹ ਵੀ ਹੰਕਾਰ ਦੇ ਵਿੱਚ ਆ ਗਿਆ। ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪਰਮਾਤਮਾ ਨੇ ਉਹਦਾ ਗਰਭ ਹੈ ਹੰਕਾਰ ਤੋੜ ਦਿੱਤਾ। ਪ੍ਰਹਲਾਦ ਉਧਾਰੇ ਕਿਰਪਾ ਧਾਰੀ, ਜਿਵੇਂ ਕਿ ਪੁਰਾਣਕ ਪਾਤਰਾਂ ਦੇ ਅਨੁਸਾਰ ਗੁਰੂ ਸਾਹਿਬ ਨੇ ਉਹਦਾ ਹਵਾਲਾ ਦੇ ਕੇ ਕਿ ਜਿਵੇਂ ਪ੍ਰਹਲਾਦ ਭਾਈ ਬਚ ਗਿਆ ਤੇ ਉਹ ਆਪਣੀ ਗੱਦੀ ਤੇ ਬਹਿ ਗਿਆ, ਜਿੰਨਾ ਕੋ ਕੰਮ ਕਰਦਾ ਸੀ ਉਹਨੇ ਕੀਤਾ। ਤੇ ਇਹ ਪ੍ਰੇਰਣਾਦਾਇਕ ਉਤਸ਼ਾਹ ਦੇਣ ਵਾਸਤੇ ਇਹੋ ਜਿਹੀਆਂ ਕਹਾਣੀਆਂ ਗੁਰੂ ਸਾਹਿਬ ਨੇ ਜੀਵਾਂ ਜੰਤੂਆਂ ਦੀ ਵੀ ਪਾਈਆਂ ਨੇ ਕਿ ਮਛਲੀ ਜਾਲ ਨਾ ਜਾਣਿਆ, ਸਰਖਾਰਾ ਅਸਗਾ। ਇਸੇ ਤਰ੍ਹਾਂ ਹੋਰ ਜਿਹੜੇ ਜੀਵਾਂ ਦਾ, ਬਹੁਤ ਸਾਰਿਆਂ ਦਾ, ਕਿਤੇ ਹਿਰਨ ਦਾ, ਕਿਤੇ ਡੱਡੂ ਦਾ ਤੇ ਕਿਤੇ ਕਿਸੇ ਹੋਰ ਜੀਵ ਦਾ ਉਦਾਹਰਨਾਂ ਦੇ ਕੇ ਕਿ ਉਹਨੇ ਗੱਲ ਸਮਝੀ ਨਹੀਂ, ਉਹ ਮਾਰਿਆ ਗਿਆ, ਜਿਹੜਾ ਸਮਝ ਗਿਆ ਉਹ ਬਚ ਗਿਆ। ਇਹ ਉਦਾਹਰਨਾਂ ਦੇਣ ਵਾਸਤੇ ਗੁਰੂ ਸਾਹਿਬ ਨੇ ਬਹੁਤ ਤਰੀਕੇ ਅਪਣਾਏ ਨੇ। ਆਪਾਂ ਵੀ ਗੁਰੂ ਦੀ ਸਿੱਖਿਆ ਲੈ ਕੇ ਸਾਡੇ ਜੀਵਨ ਨੂੰ ਚੰਗੇ ਢੰਗ ਨਾਲ ਜਿਉਣ ਦਾ ਉਪਰਾਲਾ ਕਰੀਏ, ਸਿਆਣਪ ਦੇ ਨਾਲ ਆਪਣਾ ਸਮਾਂ ਗੁਜ਼ਾਰੀਏ, ਆਪਣੇ ਸਮਾਜ ਨੂੰ ਪੁਰਾਣੇ ਕਥਾਵਾਂ ਦੇ ਜਿਹੜਾ ਕੂੜ ਕੁਫਰ ਹੈ ਉਹ ਚੋਂ ਕੱਢ ਕੇ ਇਤਿਹਾਸਕ ਸੱਚ ਨਾਲ ਅਤੇ ਗੁਰਬਾਣੀ ਨਾਲ
ਗਿਆਨਵਾਨ ਬਣਾਈਏ ਤਾਂ ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਲਈ ਖਿਮਾ ਕਰਨਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।